ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਤਲਾਕ ਹੋਏ ਨੂੰ 2 ਸਾਲ ਦਾ ਸਮਾਂ ਬੀਤ ਗਿਆ ਸੀ, ਪਰ ਅਜੇ ਤੱਕ ਕੋਈ ਵੀ ਮੁੰਡਾ ਮੇਰੇ ਦੂਜੇ ਵਿਆਹ ਲਈ ਮੇਰੇ ਪਰਿਵਾਰ ਨੂੰ ਪਸੰਦ ਨਹੀਂ ਆਇਆ। ਰਿਸ਼ਤੇ ਤਾਂ ਬਹੁਤ ਆ ਰਹੇ ਸੀ, ਪਰ ਕਿਸੇ ਵਿੱਚ ਕੋਈ ਕਮੀ, ਕਿਸੇ ਵਿੱਚ ਕੋਈ ਮੇਰੇ ਬੇਟੇ ਨੂੰ ਰੱਖਣੋਂ ਨਾ ਕਰ ਦਿੰਦਾ। ਇਸ ਕਰਕੇ ਕਿਤੇ ਵੀ ਗੱਲ ਅੱਗੇ ਨਾ ਵਧਦੀ। ਫਿਰ ਅਗਸਤ 2019 ਨੂੰ ਮੈਨੂੰ ਮੇਰੇ ਭਤੀਜੇ ਨੇ ਇੱਕ ਆਂਟੀ ਦਾ ਨੰਬਰ ਦਿੱਤਾ ਤੇ ਉਸ ਨੂੰ ਵੀ ਮੇਰਾ ਨੰਬਰ ਦੇ ਦਿੱਤਾ। ਨਾਲ ਹੀ ਮੇਰੀ ਫੋਟੋ ਵੀ ਉਸ ਨੂੰ ਭੇਜ ਦਿੱਤੀ। ਹੁਣ ਉਹ ਆਂਟੀ ਰੋਜ਼ ਮੈਨੂੰ 1-2 ਮੁੰਡਿਆਂ ਦੀਆਂ ਫੋਟੋਆਂ ਭੇਜਦੀ ਰਹਿੰਦੀ, ਪਰ ਉਹੀ ਪੰਗਾ ਰੋਜ਼ ਪੈ ਜਾਂਦਾ, ਕਿਤੇ ਗੱਲ ਨਾ ਤੁਰਦੀ। ਕਿੰਨੀ ਵਾਰੀ ਉਹ ਮੈਨੂੰ ਘਰ ਵੀ ਮਿਲਣ ਲਈ ਆਈ, ਪਰ ਉਹ ਪੈਸੇ ਲੈ ਕੇ ਰਿਸ਼ਤੇ ਕਰਵਾਉਂਦੀ ਸੀ। ਇਸ ਕਰਕੇ ਮੇਰੇ ਪਰਿਵਾਰ ਵਾਲੇ ਜਦੋਂ ਦੇਖਣ ਜਾਂਦੇ ਤਾਂ ਮੁੰਡੇ ਵਿੱਚ ਕੋਈ ਨਾ ਕੋਈ ਖੋਟ ਹੁੰਦੀ। ਫਿਰ ਅਪ੍ਰੈਲ 2020 ਨੂੰ ਇੱਕ ਦਿਨ ਉਸਨੇ ਮੈਨੂੰ ਇੱਕ ਫੋਟੋ ਭੇਜੀ ਤੇ ਕਿਹਾ, ਤੇਰੀਆਂ ਸਾਰੀਆਂ ਸ਼ਰਤਾਂ ਮੁੰਡੇ ਵਾਲੇ ਮੰਨ ਗਏ, ਹੁਣ ਤੂੰ ਆਪਣੇ ਘਰਦਿਆਂ ਨੂੰ ਮੁੰਡਾ ਦੇਖਣ ਲਈ ਭੇਜ ਦੇ, ਛੇਤੀ ਕਰਿਓ ਕਿਤੇ ਕੋਈ ਹੋਰ ਨਾ ਨੰਬਰ ਲਾ ਜਾਵੇ। ਮੈਨੂੰ ਉਸ ਦੀਆਂ ਗੱਲਾਂ ਅਜੀਬ ਜੀਆਂ ਲੱਗੀਆਂ, ਪਰ ਮੈਂ ਚਾਹ ਕੇ ਵੀ ਉਸ ਨੂੰ ਕੁਝ ਨਾ ਕਹਿ ਸਕੀ, ਕਿਉਂਕਿ ਜੇ ਮੈਂ ਕੁਝ ਕਹਿੰਦੀ ਸੀ ਤਾਂ ਉਸ ਨੂੰ ਇਹ ਲੱਗਦਾ ਸੀ ਕਿ ਮੈਂ ਵਿਆਹ ਹੀ ਨਹੀਂ ਕਰਵਾਉਣਾ ਚਾਹੁੰਦੀ, ਬਸ ਆਪਣੇ ਪਰਿਵਾਰ ਨੂੰ ਤੇ ਉਸ ਨੂੰ ਖੱਜਲ ਖੁਆਰ ਕਰ ਰਹੀ ਹਾਂ। ਕਈ ਦਿਨ ਲੰਘੇ, ਉਸਨੇ ਫਿਰ ਮੈਨੂੰ ਫੋਨ ਕਰਕੇ ਮੁੰਡਾ ਦੇਖਣ ਬਾਰੇ ਪੁੱਛਿਆ ਤਾਂ ਮੈਂ ਆਪਣੇ ਘਰਦਿਆਂ ਨੂੰ ਮੁੰਡੇ ਦੀ ਫੋਟੋ ਦਿਖਾਈ ਤੇ ਸਾਰੀਆਂ ਗੱਲਾਂ ਸਪਸ਼ਟ ਜਿਵੇਂ ਮੈਨੂੰ ਉਸ ਆਂਟੀ ਨੇ ਦੱਸੀਆਂ ਸੀ ਉਵੇਂ ਹੀ ਦੱਸ ਦਿੱਤੀਆਂ। ਕਈ ਦਿਨ ਮੇਰੇ ਪਰਿਵਾਰਕ ਮੈਂਬਰਾਂ ਨੇ ਆਪਸ ਵਿੱਚ ਸਲਾਹ ਕੀਤੀ ਤੇ ਫਿਰ ਮੇਰੇ ਭਰਾ ਨੂੰ ਹੀ ਸਭ ਤੋਂ ਪਹਿਲਾਂ ਮੁੰਡਾ ਦੇਖਣ ਲਈ ਕਿਹਾ ਗਿਆ। ਮੁੰਡਾ ਮੇਰੇ ਪਿੰਡ ਤੋਂ 4-5 ਕਿਲੋਮੀਟਰ ਦੂਰ ਪੈਂਦੇ ਸ਼ਹਿਰ ਵਿੱਚ ਰਹਿੰਦਾ ਸੀ। ਉੱਦਾਂ ਉਹ ਕਿਸੇ ਪਿੰਡ ਤੋਂ ਸੀ, ਪਰ ਬਹੁਤ ਸਮੇਂ ਤੋਂ ਉਹ ਉੱਥੇ ਹੀ ਰਹਿ ਰਹੇ ਸਨ। ਖੈਰ, ਇੱਕ ਦਿਨ ਮੇਰਾ ਭਰਾ ਆਪਣੀ ਦੁਕਾਨ, ਜੋ ਕਿ ਉਸੇ ਸ਼ਹਿਰ ਵਿੱਚ ਸੀ, ਬੰਦ ਕਰਕੇ ਉਸ ਮੁੰਡੇ ਨੂੰ ਮਿਲਣ ਚਲਾ ਗਿਆ। ਵਿਚੋਲੇ ਉਸ ਮੁੰਡੇ ਦੀ ਵਰਕਸ਼ਾਪ ਵਿੱਚ ਹੀ ਲੈ ਗਏ। ਉਹ ਪਹੁੰਚੇ ਤਾਂ ਉਹ ਸਾਹਮਣੇ ਮਸ਼ੀਨ ਦੀ ਮੁਰੰਮਤ ਕਰਨ ਵਿੱਚ ਰੁੱਝਿਆ ਹੋਇਆ ਸੀ। ਵਿਚੋਲਿਆਂ ਨੂੰ ਦੇਖ ਕੇ ਉਸਨੇ ਕੰਮ ਕਰਨਾ ਬੰਦ ਕੀਤਾ ਤੇ ਗੱਲਬਾਤ ਕਰਨ ਲੱਗ ਗਿਆ। 10 ਮਿੰਟ ਗੱਲਾਂ ਕਰਕੇ ਮੇਰੇ ਭਰਾ ਨੇ ਉਸ ਨੂੰ ਕਿਹਾ, ਚਲੋ ਠੀਕ ਹੈ ਜੀ, ਕਿਸੇ ਦਿਨ ਘਰ ਦਿਖਾ ਦਿਓ ਮੈਨੂੰ ਆਪਣਾ ਟਾਈਮ ਜਿਹਾ ਕੱਢ ਕੇ, ਫਿਰ ਅੱਗੋਂ ਗੱਲ ਕਰੀਏ ਆਪਾਂ। ਉਸਨੇ ਦੱਸਿਆ, ਕੋਈ ਨਹੀਂ ਵੀਰੇ, ਮਿੱਲਾਂ ਦੀ ਬਿਜਲੀ ਦਾ ਬੁੱਧਵਾਰ ਨੂੰ ਕੱਟ ਹੁੰਦਾ, ਉਸ ਦਿਨ ਮੈਂ ਕਿਸੇ ਪਾਸੇ ਘੁੰਮਣ ਲੰਘ ਜਾਂਦਾ ਹੁੰਦਾ ਏ। ਇਸ ਬੁੱਧਵਾਰ ਮੈਂ ਘਰ ਹੀ ਰੁਕ ਜਾਊਂਗਾ, ਤੁਸੀਂ ਜਦ ਮਰਜ਼ੀ ਆ ਜਾਇਓ। ਉਸ ਦਿਨ ਮੇਰਾ ਭਰਾ ਉਸ ਨੂੰ, ਠੀਕ ਹੈ ਜੀ, ਆ ਜਾਵਾਂਗੇ। ਮੈਂ ਸ਼ਾਮ ਨੂੰ ਦੁਕਾਨ ਬੰਦ ਕਰਕੇ ਆਉਣ ਤੋਂ ਪਹਿਲਾਂ ਆਂਟੀ ਨੂੰ ਫੋਨ ਕਰਕੇ ਦੱਸ ਦਊਂ, ਦਿਨ 'ਚ ਤੁਸੀਂ ਜਿੱਥੇ ਮਰਜ਼ੀ ਘੁੰਮ ਆਇਓ, ਕਹਿ ਕੇ ਮੇਰਾ ਭਰਾ ਘਰ ਆ ਗਿਆ। ਫਿਰ ਸਾਰੇ ਪਰਿਵਾਰ ਨੇ ਬੈਠ ਕੇ ਆਪਸ ਵਿੱਚ ਗੱਲ ਕੀਤੀ। ਜਿਵੇਂ ਦੀਆਂ ਗੱਲਾਂ ਉਸ ਮੁੰਡੇ ਦੀਆਂ ਨਾਲ ਕੀਤੀਆਂ ਸੀ, ਉਸਨੇ ਸਾਰੀਆਂ ਮੰਮੀ ਪਾਪਾ ਨੂੰ ਦੱਸ ਦਿੱਤੀਆਂ ਤੇ ਫਿਰ ਆਪਣੀ ਉਸ ਦਾ ਘਰ-ਬਾਰ ਦੇਖਣ ਵਾਲੀ ਸਲਾਹ ਵੀ ਉਹਨਾਂ ਨਾਲ ਕਰ ਲਈ ਤੇ ਬੁੱਧਵਾਰ ਨੂੰ ਜਾ ਕੇ ਉਹਦਾ ਘਰ ਦੇਖ ਆਏ। ਸ਼ਾਮ ਨੂੰ ਘਰ ਆ ਕੇ ਉਸਨੇ ਦੱਸਿਆ, ਘਰ ਖੁੱਲ੍ਹਾ ਏ, 3 ਬਿਸਵੇ 'ਚ ਬਣਿਆ ਹੋਇਆ ਏ, ਪੱਕਾ ਏ ਸਾਰਾ, ਅੰਦਰ ਕਾਲੇ ਫਰਸ਼ ਆ, ਘਰ ਵਿਹੜੇ 'ਚ ਲੌਕਟ ਲੱਗੀ ਹੋਈ ਆ, ਕਿਰਾਏ ਤੇ ਦਿੱਤਾ ਹੋਇਆ ਏ। ਇੱਕ ਰੂਮ ਤਾਂ 2 ਖਾਲੀ ਨੇ, ਉਹਨਾਂ 'ਚੋਂ ਇੱਕ ਦੀ ਅਜੇ ਤਿਆਰੀ ਨਹੀਂ ਹੋਈ। ਮੈਨੂੰ ਤਾਂ ਠੀਕ ਹੈ ਬਾਈ, ਤੁਸੀਂ ਦੇਖ ਲਓ, ਇਸ ਨੂੰ ਪੁੱਛ ਲਓ, ਬਾਕੀ ਸਲਾਹ ਕਰ ਲਓ, ਫਿਰ ਦੇਖਣ ਨੂੰ ਕਹਿੰਦੇ ਨੇ ਉਹ, ਫਿਰ ਟਾਈਮ ਦੇ ਦਈਏ ਉਹਨਾਂ ਨੂੰ। ਇੱਕ ਤਰ੍ਹਾਂ ਨਾਲ ਮੇਰੇ ਭਰਾ ਨੂੰ ਉਹ ਅਤੇ ਉਸ ਦਾ ਘਰ ਪਸੰਦ ਆ ਚੁੱਕਿਆ ਸੀ, ਪਰ ਮੈਨੂੰ ਪਤਾ ਨਹੀਂ ਕਿਉਂ ਮੁੰਡੇ ਦੀ ਉਮਰ ਵੱਧ ਲੱਗ ਰਹੀ ਸੀ। ਉਹਨਾਂ ਨੇ 37 ਸਾਲ ਦੱਸੀ ਸੀ, ਪਰ ਮੈਨੂੰ ਉਹ 42-43 ਸਾਲ ਦਾ ਲੱਗਦਾ ਸੀ। ਮੈਂ ਅਜੇ ਮਾਣੀ ਮਨ ਕਹਿਣ ਦੀ ਸੋਚਣ ਰਹੀ ਸੀ ਕਿ ਮੰਮੀ ਬੋਲ ਪਈ, ਪਹਿਲਾਂ ਕੀ ਗੱਲ ਹੋ ਗਈ ਸੀ, ਤਲਾਕ ਕਾਹਤੋਂ ਹੋਇਆ ਏ? ਉਹ ਤਾਂ ਕਹਿੰਦੇ ਵੀ ਕੁੜੀ ਦੀ ਗਲਤੀ ਸੀ, ਕਹਿੰਦੇ ਇਸ ਨੂੰ ਕੰਮ ਤੇ ਤੋਰ ਕੇ, ਜਵਾਕਾਂ ਨੂੰ ਸਕੂਲ ਤੋਰ ਕੇ ਉਹ ਕੱਪੜੇ ਪਾ ਕੇ ਲੰਘ ਜਾਂਦੀ ਸੀ ਕਿਧਰੇ, ਸ਼ਾਮ ਨੂੰ ਆ ਜਾਂਦੀ ਸੀ, ਕਹਿੰਦੇ ਇਹਦੇ ਆਉਣ ਤੋਂ ਪਹਿਲਾਂ। ਮੇਰੇ ਭਰਾ ਨੇ ਦੱਸਿਆ, ਹੋਰ ਕੌਣ ਹੈ, ਟੱਬਰ ਕਿੱਡਾ ਕਾ? ਮੰਮੀ ਨੇ ਅੱਗੋਂ ਸਵਾਲ ਕੀਤਾ। 2 ਭੈਣਾਂ ਨੇ, ਵਿਆਹੀਆਂ ਹੋਈਆਂ ਨੇ, ਰਹਿੰਦੀਆਂ ਪਰ ਸ਼ਹਿਰ 'ਚ ਹੀ ਨੇ। ਇਸ ਦੇ ਘਰ ਤੋਂ ਫਰਕ ਨਾਲ ਛੋਟਾ ਭਰਾ ਨਾਲ ਹੀ ਮਕਾਨ ਹੈ, ਉੱਥੇ ਰਹਿੰਦਾ ਏ, ਅੱਡ ਹੈ, ਇਹ ਇਕੱਲਾ ਅੱਡਾ। ਬੇਬੇ ਬਾਪੂ ਤਾਂ ਕਹਿੰਦੇ ਨਿਆਣੇ ਹੁੰਦਿਆਂ ਦੇ ਮੁੱਕ ਗਏ ਸੀ। ਮੇਰੇ ਭਰਾ ਨੇ ਦੱਸਿਆ, ਇਹਦੇ ਜਵਾਕ ਨਹੀਂ ਸੀ ਕੋਈ। ਮੰਮੀ ਪੁੱਛਣ ਲੱਗੇ, ਹੈਗੇ ਸੀ, ਕਹਿੰਦੇ 2 ਜਵਾਕ, ਮੁੰਡਾ ਕੁੜੀ, ਉਹ ਤਾਂ ਨਾਲ ਲੈ ਗਈ, ਉਹਨਾਂ ਦਾ ਤਾਂ ਕਹਿੰਦੇ ਨਿਬੜਿਆ ਹੋਇਆ ਏ ਸਾਰਾ। ਮੇਰੇ ਭਰਾ ਨੇ ਦੱਸਿਆ, ਦੇਣ ਲੈਣ ਦੀ ਗੱਲ ਪਹਿਲਾਂ ਖੋਲ੍ਹ ਲੈਂਦਾ, ਨਾਲੇ ਗਗਨ ਦੀ ਗੱਲ ਪਹਿਲਾਂ ਕਰਨੀ ਆ, ਬਾਅਦ 'ਚ ਅਗਲਾ ਫਿਰ ਬੋਲੂ ਨਹੀਂ। ਮੰਮੀ ਨੇ ਕਿਹਾ,
ਸਾਰੀ ਗੱਲ ਕਰ ਲਈ ਮੈਂ ਪਹਿਲਾਂ ਉਹਨਾਂ ਨਾਲ। ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ। ਭਰਾ ਨੇ ਜਵਾਬ ਦਿੱਤਾ, ਪੜ੍ਹਿਆ ਕਿੰਨਾ ਕੁ, ਕੀ ਕੀਤਾ ਹੋਇਆ ਏ, ਉਹ ਤਨਖਾਹ ਕਿੰਨੀ ਕੁ ਲੈਂਦਾ ਏ ਕੰਮ ਤੋਂ? ਮੰਮੀ ਨੇ ਪੁੱਛਿਆ। ਪੜ੍ਹਿਆ ਤਾਂ 5-6 ਕੀ ਆ, ਉਹ ਬੋਲਣ ਦੀ ਅਕਲ ਆ, ਅੰਗਰੇਜ਼ੀ ਵੀ ਵਧੀਆ ਬੋਲਦਾ, ਬਾਕੀ ਤਨਖਾਹ ਕਹਿੰਦਾ 20 ਕੁ ਬਣ ਜਾਂਦਾ ਏ ਓਵਰ ਟਾਈਮ ਲਾ ਕੇ। ਮੇਰੇ ਭਰਾ ਨੇ ਦੱਸਿਆ, ਚੱਲ ਬਾਕੀ ਤਾਂ ਇਹਦੇ ਆਪਾਂ ਗੱਲਾਂ ਕਰ ਲੈਣੀਆਂ ਨੇ, ਸਭ ਕਰ ਲਓ ਜਿਵੇਂ ਕਰਨਾ ਏ ਫਿਰ। ਮੰਮੀ ਨੇ ਜਵਾਬ ਦਿੱਤਾ। ਹੁਣ ਮੰਮੀ ਨੇ ਵੀ ਇੱਕ ਤਰ੍ਹਾਂ ਨਾਲ ਮਨਜ਼ੂਰੀ ਦੇ ਦਿੱਤੀ ਸੀ, ਪਰ ਮੈਨੂੰ ਸੀ ਕਿ ਜਦੋਂ ਦੇਖ ਦਿਖਾਈ ਹੋਵੇਗੀ ਮੈਂ ਉਦੋਂ ਹੀ ਆਪ ਹੀ ਤਸੱਲੀ ਕਰ ਲੈਣੀ ਆ, ਫਿਰ ਹੀ ਮੈਂ ਹਾਂ ਕਰਾਂਗੀ। ਪਰ ਮੈਨੂੰ ਨਹੀਂ ਸੀ ਪਤਾ ਕਿ ਅੱਗੇ ਮੇਰੇ ਨਾਲ ਕੀ ਹੋਣਾ। ਕਰਦੇ ਕਰਾਉਂਦੇ ਮਈ ਮਹੀਨਾ ਲੰਘ ਗਿਆ ਤੇ ਜੂਨ ਆ ਗਿਆ। ਫਿਰ 22 ਜੂਨ 2020 ਦਾ ਦੇਖ ਦਿਖਾਈ ਦਾ ਦਿਨ ਰੱਖਿਆ ਗਿਆ ਤੇ ਸਾਰੇ ਜ਼ੋਰ ਸ਼ੋਰ ਨਾਲ ਤਿਆਰੀਆਂ ਕਰਨ ਲੱਗ ਪਏ। ਪਰ ਮੈਨੂੰ ਬਿਲਕੁਲ ਵੀ ਖੁਸ਼ੀ ਨਹੀਂ ਸੀ ਹੋ ਰਹੀ। ਸਮਝ ਨਹੀਂ ਆਉਂਦੀ ਸੀ ਕਿ ਗੱਲ ਕੀ ਆ। ਫਿਰ 22 ਨੂੰ ਸਵੇਰੇ ਜਲਦੀ ਕੰਮ ਕਰਕੇ ਸਾਰਾ ਪਰਿਵਾਰ ਤਿਆਰ ਹੋ ਗਿਆ, ਪਰ ਮੇਰੇ ਪਾਪਾ ਨੇ ਜਾਣ ਤੋਂ ਮਨਾ ਕਰਦੇ ਹੋਏ ਕਿਹਾ, ਜੇ ਮੁੰਡਾ ਇਹਦੇ ਫਿੱਟ ਆ ਗਿਆ ਸ਼ਗਨ ਕਰ ਦਿਓ, ਮੈਨੂੰ ਫੋਨ ਕਰ ਲਿਓ ਜਿਵੇਂ ਦਾ ਪ੍ਰੋਗਰਾਮ ਹੋਇਆ। ਅਸੀਂ, ਮੈਂ, ਮੇਰੇ ਭਰਾ ਭਰਜਾਈ, ਮੰਮੀ, ਭਤੀਜੀ, ਮੇਰਾ ਬੇਟਾ ਸਾਰੇ ਹੀ ਸ਼ਹਿਰ ਦੀ ਮਸ਼ਹੂਰ ਪਾਰਕ ਵਿੱਚ ਪਹੁੰਚ ਗਏ। ਅਸੀਂ ਅਜੇ ਪਾਰਕ ਦੇ ਦਰਵਾਜ਼ੇ 'ਤੇ ਖੜ੍ਹੇ ਸੀ ਕਿ ਮੁੰਡੇ ਦੀ ਭੈਣ ਤੇ ਜੀਜਾ ਸਾਡੇ ਕੋਲੋਂ ਲੰਘ ਕੇ ਗਏ। ਮੈਂ ਮੁੰਡੇ ਦੀ ਫੋਟੋ ਦੇਖੀ ਹੋਈ ਸੀ, ਇਸ ਲਈ ਮੈਂ ਉਸ ਦੀ ਭੈਣ ਨੂੰ ਪਹਿਚਾਣ ਲਿਆ। ਉਸ ਦੀ ਭੈਣ ਦੀ ਸ਼ਕਲ ਉਹਦੇ ਨਾਲ ਬਹੁਤ ਮਿਲਦੀ ਜੁਲਦੀ ਸੀ। ਉਹ ਮੇਰੇ ਵੱਲ ਧਿਆਨ ਨਾਲ ਦੇਖਦੀ ਕੋਲੋਂ ਲੰਘਦੀ ਹੋਈ ਆਪਣੇ ਪਤੀ ਨੂੰ ਕਹਿ ਰਹੀ ਸੀ, ਆਹੀ ਕੁੜੀ ਆ, ਮੈਂ ਫੋਟੋ ਦੇਖੀ ਸੀ, ਬਹੁਤ ਸੋਹਣੀ ਹੈ ਕੁੜੀ ਤਾਂ। ਫਿਰ ਅਸੀਂ ਵੀ ਪਾਰਕ ਅੰਦਰ ਜਾ ਕੇ ਬੈਠ ਗਏ ਤੇ ਵਿਚੋਲਣ ਮੇਰੇ ਕੋਲ ਆ ਕੇ ਬੈਠ ਗਈ ਤੇ ਮੈਨੂੰ ਸਮਝਾਉਣ ਲੱਗ ਪਈ, ਦੇਖ ਬੇਟਾ, ਹੁਣੇ ਮੁੰਡਾ ਆਊਗਾ, ਕੰਮ 'ਚ ਬਿਜੀ ਆ, ਤੂੰ ਦੇਖ ਕੇ ਦੱਸ ਦੇਈਂ, ਮੈਨੂੰ ਇਸ਼ਾਰੇ ਨਾਲ। ਮੈਨੂੰ ਉਹਦੀ ਇਹ ਗੱਲ ਪਸੰਦ ਨਹੀਂ ਸੀ ਆਈ। ਮੈਂ ਕਿਹਾ, ਨਹੀਂ ਆਂਟੀ, ਮੈਂ ਤਾਂ ਪਹਿਲਾਂ ਗੱਲ ਕਰਨੀ ਆ, ਫਿਰ ਦੱਸੂਗੀ। ਉਸਨੇ ਨਾ ਚਾਹੁੰਦੇ ਹੋਏ ਵੀ ਮੈਨੂੰ ਹਾਂ ਵਿੱਚ ਸਿਰ ਹਿਲਾ ਦਿੱਤਾ, ਪਰ ਉਸਦੇ ਚਿਹਰੇ ਨੂੰ ਮੈਂ ਪੜ੍ਹ ਕੇ ਉਸਦੀ ਨਾਂਹ ਦਾ ਅੰਦਾਜ਼ਾ ਲਗਾ ਲਿਆ ਸੀ। ਫਿਰ ਮੈਨੂੰ ਇੱਕ ਪਰਿਵਾਰ ਵਿੱਚ ਲੈ ਕੇ ਜਾ ਬਿਠਾਇਆ ਗਿਆ ਤੇ ਉਹਨਾਂ ਨਾਲ ਮੇਰੀ ਜਾਣ ਪਹਿਚਾਣ ਕਰਾ ਦਿੱਤੀ ਗਈ, ਪਰ ਉਹ ਪਤਾ ਨਹੀਂ ਕਿੱਥੇ ਸੀ, ਨਜ਼ਰ ਹੀ ਨਹੀਂ ਆ ਰਿਹਾ ਸੀ। ਮੇਰੀ ਆਦਤ ਹੈ ਕਿ ਮੈਂ ਬਹੁਤਾ ਕਿਸੇ ਦੀ ਉਡੀਕ ਨਹੀਂ ਕਰ ਸਕਦੀ। ਉਡੀਕ ਕਰਨਾ ਮੇਰੇ ਲਈ ਬਹੁਤ ਮੁਸ਼ਕਲ ਕੰਮ ਹੈ। ਉਹ ਆ ਨਹੀਂ ਸੀ ਰਿਹਾ ਤੇ ਬਾਰ-ਬਾਰ ਬਸ ਆ ਰਿਹਾ ਏ ਕਹਿ ਕੇ ਉਸ ਦੀ ਭੈਣ ਮੇਰੇ ਪਰਿਵਾਰ ਨੂੰ ਚੁੱਪ ਕਰਾ ਕੇ ਬਿਠਾ ਦਿਆ ਕਰਦੀ ਸੀ। ਫਿਰ ਅਚਾਨਕ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੂੰ ਅਜੇ ਤੱਕ ਮੁੰਡਾ ਨਹੀਂ ਆਉਂਦਾ, ਮੇਰੇ ਨਾਲ ਗੱਲ ਕਰ ਲੈਣੀ ਚਾਹੀਦੀ ਆ। ਉਹ ਤਿੰਨੋਂ ਜਾਣੀਆਂ, ਮੁੰਡੇ ਦੀਆਂ ਦੋਵੇਂ ਭੈਣਾਂ ਤੇ ਛੋਟੀ ਭਰਜਾਈ, ਮੇਰੇ ਨਾਲ ਵਾਲੀ ਸੀਮੈਂਟ ਦੀ ਕੁਰਸੀ 'ਤੇ ਬੈਠੀਆਂ ਸੀ। ਉਹਨਾਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ, ਮੈਨੂੰ ਸਾਫ਼-ਸਾਫ਼ ਸੁਣ ਰਹੀਆਂ ਸੀ। ਉਹ ਇੱਕ ਦੂਜੀ ਨੂੰ ਕਹਿ ਰਹੀਆਂ ਸੀ, ਤੂੰ ਕਰ, ਸ਼ਾਇਦ ਮੇਰੇ ਨਾਲ ਗੱਲ ਕਰਨ ਲਈ ਕਹਿ ਰਹੀਆਂ ਸੀ। ਫਿਰ ਪਹਿਲਾਂ ਭਰਜਾਈ ਨੇ ਇਸ ਤਰ੍ਹਾਂ ਗੱਲਾਂ ਜਿਹਾ ਸਾਫ਼ ਕੀਤਾ ਜਿਵੇਂ ਕੋਈ ਗਾਣਾ ਸੁਣਾਉਣ ਤੋਂ ਪਹਿਲਾਂ ਗਾਇਕ ਕਰਦੇ ਹੁੰਦੇ ਆ। ਫਿਰ ਮੈਨੂੰ ਬੋਲੀ, ਨਾਮ ਕੀ ਹੈ ਦੀਦੀ ਤੁਹਾਡਾ? ਜੀ ਰਮਨਦੀਪ ਕੌਰ ਰਿੰਪੀ। ਮੈਂ ਜਵਾਬ ਦਿੱਤਾ। ਕੀ ਸਟੱਡੀ ਕੀਤੀ ਹੈ ਤੁਸੀਂ? ਉਸ ਦੇ ਨਾਲ ਬੈਠੀ ਵੱਡੀ ਭੈਣ ਨੇ ਪੁੱਛਿਆ। ਜੀ ਮੈਂ ਵੈਸੇ +2 ਕੀਤੀ ਆ, ਬਾਕੀ ਫਰਦਰ ਸਟੱਡੀਜ਼ ਵੀ ਕੀਤੀਆਂ ਹੋਈਆਂ ਨੇ। ਮੈਂ ਦੱਸਿਆ, ਹੋਰ ਕੀ ਕੀਤਾ ਹੋਇਆ ਹੈ ਤੁਸੀਂ ਵੈਸੇ? ਭਰਜਾਈ ਫੇਰ ਬੋਲ ਪਈ, ਮੈਂ ਬੇਸਿਕ ਕੰਪਿਊਟਰ, ਪ੍ਰੋਫੈਸ਼ਨਲ ਕੰਪਿਊਟਰ ਅਕਾਊਂਟੈਂਟਸ, ਡਰੈਸ ਡਿਜ਼ਾਈਨਰ, ਬਿਊਟੀ ਵਿਦ ਸਕਿਨ ਸਪੈਸ਼ਲਿਸਟ, ETT ਕੀਤੀ ਹੋਈ ਆ ਜੀ। ਮੈਂ ਦੱਸਿਆ। ਇਹ ETT ਕੀ ਹੁੰਦੀ ਹੈ ਦੀਦੀ? ਭਰਜਾਈ ਨੇ ਪੁੱਛਿਆ। ਉੱਦਾਂ ਤਾਂ ਉਹ ਬੜੀ ਇੰਗਲਿਸ਼ ਬੋਲ ਰਹੀ ਸੀ, ਪਰ ਪਤਾ ਨਹੀਂ ਉਸਨੂੰ ਸੱਚਮੁੱਚ ਨਹੀਂ ਪਤਾ ਸੀ ਕਿ ETT ਕੀ ਹੁੰਦੀ ਆ, ਜਾਂ ਫਿਰ ਉਹ ਮੈਨੂੰ ਜਾਣ-ਬੁੱਝ ਕੇ ਇਸ ਤਰ੍ਹਾਂ ਦੇ ਸਵਾਲਾਂ ਵਿੱਚ ਉਲਝਾ ਰਹੀ ਸੀ। ਮੈਂ ਵੀ ਫਿਰ ਦੇਸੀ ਪੁਣਾ ਅਪਣਾ ਲਿਆ। ਐਲੀਮੈਂਟਰੀ ਸਕੂਲ ਵਿੱਚ ਮਾਸਟਰਨੀ ਲੱਗਣ ਦਾ ਕੋਰਸ ਕੀਤਾ ਹੈ ਜੀ ਮੈਂ। ਹੁਣ ਉਹਦਾ ਚਿਹਰਾ ਵੇਖਣ ਵਾਲਾ ਸੀ। ਬੇਟਾ ਕਿਹੜੀ ਕਲਾਸ 'ਚ ਪੜ੍ਹਦਾ ਏ? ਛੋਟੀ ਭੈਣ ਨੇ ਵੀ ਸਵਾਲ ਪੁੱਛ ਕੇ ਆਪਣਾ ਖਾਤਾ ਖੋਲ੍ਹ ਲਿਆ ਸੀ। ਦੀ ਉਹ 5ਵੀਂ ਵਿੱਚ ਪੜ੍ਹਦਾ, ਮੈਂ ਜਵਾਬ ਦਿੱਤਾ। ਸਾਨੂੰ ਤਾਂ ਘਰ ਸਾਂਭਣ ਵਾਲੀ ਕੁੜੀ ਚਾਹੀਦੀ ਆ, ਤੈਨੂੰ ਕਿਵੇਂ ਦਾ ਮੁੰਡਾ ਪਸੰਦ ਆ ਵੈਸੇ? ਵੱਡੀ ਭੈਣ ਨੇ ਪੁੱਛਿਆ। ਵੈਸੇ ਤਾਂ ਜੋ ਘਰਦਿਆਂ ਦੀ ਪਸੰਦ ਆ ਉਹੀ ਮੇਰੀ ਪਸੰਦ ਆ, ਪਰ ਫਿਰ ਵੀ ਮੈਨੂੰ ਇੱਕ ਤਾਂ ਮੁੰਡੇ ਨੂੰ 4 ਬੰਦਿਆਂ 'ਚ ਬੈਠ ਕੇ ਗੱਲ ਕਰਨ ਦਾ ਪਤਾ ਹੋਵੇ, ਦੂਜਾ ਸਰਦਾਰ ਮੁੰਡਾ ਮੈਨੂੰ ਪਸੰਦ ਆ, ਤੀਜਾ ਕੁਝ ਖਾਂਦਾ ਪੀਂਦਾ ਨਾ ਹੋਵੇ। ਮੈਂ ਆਪਣੀ ਪਸੰਦ ਦੱਸ ਦਿੱਤੀ। ਦੇਖ ਬਈ, ਸਾਡੇ ਮੁੰਡੇ ਨੇ ਤਾਂ ਪੱਗ ਬੰਨਣੀ ਨਹੀਂ, ਬਾਕੀ ਤੇਰੀ ਹਿੰਮਤ ਹੈ, ਜੇ ਬਣਾ ਸਕਦੀ ਆ ਤਾਂ ਬਣਾ ਲਈ, ਉਸ ਦੀ ਵੱਡੀ ਭੈਣ ਨੇ ਦੱਸਿਆ। ਹਾਂਜੀ ਦੀ, ਉਹ ਤਾਂ ਮੈਂ ਗੱਲ ਕਰ ਹੀ ਲਊਂਗੀ। ਮੈਂ ਕਿਹਾ। ਅਜੇ ਮੇਰਾ ਇੰਟਰਵਿਊ ਚੱਲ ਹੀ ਰਿਹਾ ਸੀ ਕਿ ਉਹ ਆ ਗਿਆ ਤੇ ਆਉਂਦਾ ਹੀ ਸਭ ਨੂੰ ਬੜੇ ਪਿਆਰ ਨਾਲ ਮਿਲਿਆ।
ਮੈਂ ਵੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ, ਜੋ ਕਿ ਮੈਨੂੰ ਸ਼ੁਰੂ ਤੋਂ ਹੀ ਆਦਤ ਹੈ। ਮੈਂ ਅਜੇ ਚੱਜ ਨਾਲ ਉਸ ਵੱਲ ਵੇਖਿਆ ਵੀ ਨਹੀਂ ਸੀ ਕਿ ਉਸ ਦੀ ਭੈਣ ਨੇ ਮੈਨੂੰ ਕਿਹਾ, ਕਿਵੇਂ ਲੱਗਿਆ ਰਮਨ ਤੈਨੂੰ ਜਸਕਰਨ? ਮੈਂ ਉਸ ਦੇ ਇਸ ਸਵਾਲ ਦਾ ਕੀ ਜਵਾਬ ਦਿੰਦੀ ਇੰਨੀ ਛੇਤੀ? ਇਸ ਲਈ ਮੈਂ ਇਹੀ ਕਹਿ ਦਿੱਤਾ, ਦੇਖੋ ਜੀ, ਮੈਂ ਸ਼ਕਲਾਂ 'ਤੇ ਨਹੀਂ ਜਾਂਦੀ, ਪਹਿਲਾਂ ਮੈਂ ਗੱਲ ਕਰਨੀ ਆ, ਫੇਰ ਹੀ ਮੈਂ ਕੋਈ ਜਵਾਬ ਦੇ ਸਕਦੀ ਹਾਂ ਤੁਹਾਡੀ ਇਸ ਗੱਲ ਦਾ। ਕਹਿ ਕੇ ਮੈਂ ਆਪਣੀ ਗੋਦੀ ਵਿੱਚ ਬੈਠੀ ਭਤੀਜੀ ਗੁਰਲੀਨ ਨਾਲ ਖੇਡਣ ਲੱਗ ਪਈ। ਉਹ ਤਿੰਨੋਂ ਮੇਰੇ ਕੋਲ ਉੱਠ ਕੇ ਥੋੜ੍ਹੀ ਜਿਹੀ ਦੂਰ ਚਲੀਆਂ ਗਈਆਂ ਤੇ ਨਾਲ ਉਹਨਾਂ ਦੇ ਜਸਕਰਨ ਨੂੰ ਵੀ ਆਪਣੇ ਕੋਲ ਬੁਲਾ ਲਿਆ। ਫਿਰ ਉਹ ਸਾਰੇ ਕਿੰਨਾ ਹੀ ਚਿਰ ਮੇਰੇ ਵੱਲ ਵੇਖ ਗੱਲਾਂ ਕਰੀ ਜਾਣ। ਮੈਂ ਆਪਣੀ ਭਤੀਜੀ ਨਾਲ ਖੇਡ ਰਹੀ ਸੀ। ਮੈਂ ਉਹਨਾਂ ਦੀ ਕਿਸੇ ਵੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ। 15-20 ਮਿੰਟ ਬਾਅਦ ਆਪਸ ਵਿੱਚ ਸਲਾਹ ਕਰਨ ਤੋਂ ਬਾਅਦ ਉਹ ਦੁਬਾਰਾ ਸਾਡੇ ਕੋਲ ਹੀ ਆ ਕੇ ਬੈਠ ਗਈ ਤੇ ਉਸ ਦੀ ਵੱਡੀ ਭੈਣ ਮੈਨੂੰ ਬੋਲੀ, ਆ ਜੋ ਬਾਈ ਗੱਲ ਕਰ ਲੈ, ਫਿਰ ਤੁਸੀਂ ਦੇਖੋ ਨਿਬੜਦੀ ਹੋਵੇ ਗੱਲ। ਫਿਰ ਉਹ ਆਪਣੇ ਭਰਾ ਨੂੰ ਨਾਲ ਲੈ ਕੇ ਇੱਕ ਬੈਂਚ ਵੱਲ ਤੁਰ ਪਈ। ਮੈਨੂੰ ਵੀ ਮੰਮੀ ਨੇ ਮੇਰੀ ਭਰਜਾਈ ਨਾਲ ਜਾਣ ਲਈ ਕਹਿ ਦਿੱਤਾ। ਮੈਂ ਉਹਨਾਂ ਕੋਲ ਪਹੁੰਚੀ ਤਾਂ ਉਸ ਦੀ ਭੈਣ ਮੇਰੀ ਭਰਜਾਈ ਨੂੰ ਨਾਲ ਲੈ ਕੇ ਪਾਰਕ ਵਿੱਚ ਘੁੰਮਣ ਲੱਗ ਪਈ ਤੇ ਜਾਂਦੀ ਹੋਈ ਸਾਨੂੰ ਦੋਵਾਂ ਨੂੰ ਕਹਿ ਗਈ, ਕਰੋ ਹੁਣ ਤੁਸੀਂ ਜੀ ਭਰ ਕੇ ਗੱਲਾਂ, ਜਦੋਂ ਖਤਮ ਹੋ ਗਈਆਂ ਤਾਂ ਆ ਜਾਇਓ। ਉਹ ਮੇਰੇ ਜਾਣ ਤੋਂ ਪਹਿਲਾਂ ਹੀ ਬੈਂਚ 'ਤੇ ਬੈਠ ਗਿਆ ਸੀ। ਜਦੋਂ ਮੈਂ ਕੋਲ ਗਈ ਤਾਂ ਉਹ ਬੋਲਿਆ, ਬਹਿ ਜਾਓ, ਪਰ ਮੈਂ ਬੈਠਦੀ ਕਿੱਥੇ? ਸਵੇਰ ਦੇ ਪਏ ਮੀਂਹ ਕਰਕੇ ਬੈਂਚ ਗਿੱਲਾ ਸੀ, ਉੱਪਰੋਂ ਸੀਮੈਂਟ ਦਾ ਸੀ। ਮੈਂ ਬੈਠਦੀ ਤਾਂ ਮੇਰੇ ਕੱਪੜੇ ਬੁਰੀ ਤਰ੍ਹਾਂ ਖਰਾਬ ਹੋ ਜਾਂਦੇ। ਮੈਂ ਉਸ ਦੇ ਮੂੰਹ ਵੱਲ ਵੇਖਾਂ ਵੀ, ਇਹ ਬੜੇ ਆਰਾਮ ਨਾਲ ਬੈਂਚ ਦੇ ਵਿਚਕਾਰ ਹੋ ਕੇ ਬੈਠਾ। ਜਦੋਂ ਕੁਝ ਸਕਿੰਟ ਉਹਨੇ ਮੇਰੇ ਨਾਲ ਬੈਠਣ ਦੀ ਗੱਲ ਨੂੰ ਗੌਲਿਆ ਹੀ ਨਾ ਤਾਂ ਮੈਂ ਖੁਦ ਹੀ ਕਹਿ ਦਿੱਤਾ, ਮੈਂ ਕਿੱਥੇ ਬੈਠਾ ਇੱਥੇ, ਬੈਂਚ ਤਾਂ ਬਹੁਤ ਗਿੱਲਾ ਪਿਆ ਏ। ਉਸਨੇ ਦੇਖਿਆ ਤੇ ਕਿਹਾ, ਹਾਂ ਹੈ ਤਾਂ ਗਿੱਲਾ ਹੀ, ਪਰ ਹੁਣ ਬਹਿ ਜਾਓ, ਸੁੱਕਾ ਬੈਂਚ ਕਿੱਥੋਂ ਹੋਊ ਇੱਥੇ ਹੁਣ। ਫਿਰ ਮੈਂ ਬਿਲਕੁਲ ਜਰਾ ਜਿਹੀ ਜਗ੍ਹਾ ਵਿੱਚ ਇੱਕ ਖੂੰਜੇ ਵਿੱਚ ਬੈਠ ਗਈ। ਉੱਥੇ ਉਹ ਬੈਂਚ ਸੁੱਕਾ ਸੀ। ਫਿਰ ਉਹ ਮੇਰੇ ਵੱਲ ਬਿਨਾਂ ਦੇਖੇ ਬੋਲਿਆ, ਪੁੱਛੋ ਜੀ, ਕੀ ਪੁੱਛਣਾ ਹੈ ਤੁਸੀਂ? ਪਹਿਲਾਂ ਤੁਸੀਂ ਪੁੱਛ ਲਓ ਜੋ ਪੁੱਛਣਾ, ਮੈਂ ਬਾਅਦ ਵਿੱਚ ਪੁੱਛ ਲੂੰ। ਮੈਂ ਜਵਾਬ ਦਿੱਤਾ, ਨਹੀਂ ਲੇਡੀਜ਼ ਫਾਸਟ ਜੀ, ਤੁਸੀਂ ਪੁੱਛ ਲਓ ਪਹਿਲਾਂ। ਉਸਨੇ ਦੁਬਾਰਾ ਕਿਹਾ। ਫਿਰ ਮੈਂ ਗੱਲ ਸ਼ੁਰੂ ਕਰਨ ਵਿੱਚ ਹੋਰ ਦੇਰ ਨਾ ਕਰਦਿਆਂ ਬੋਲੀ, ਪਹਿਲਾਂ ਤਲਾਕ ਕਿਉਂ ਹੋਇਆ ਤੁਹਾਡਾ ਤਲਾਕ ਕਿਉਂ ਹੋਇਆ? ਮੈਂ ਪੁੱਛਿਆ। ਉਹ ਯਾਰ, ਬਸ ਮੇਰੀ ਕੋਈ ਗੱਲ ਨਹੀਂ ਸੀ ਮੰਨਦੀ। ਗੁਆਂਢੀਆਂ ਦਾ ਇੱਕ ਬੰਦਾ ਛੜਾ ਏ, ਉਸ ਨੂੰ ਉਹਦੀਆਂ ਭਰਜਾਈਆਂ ਰੋਟੀਆਂ ਨਹੀਂ ਦਿੰਦੀਆਂ ਸੀ, ਇਹ ਉਸ ਨੂੰ ਰੋਟੀਆਂ ਬਣਾ ਕੇ ਦੇ ਆਉਂਦੀ ਸੀ। ਮੈਂ ਰੋਕਿਆ ਵੀ, ਲੋਕ ਕਹਿਣਗੇ ਜ਼ਮੀਨ ਲੈਣ ਦੇ ਮਾਰੇ ਰੋਟੀ ਦਿੰਦੇ ਨੇ। ਫਿਰ ਮੇਰੇ ਸਾਹਮਣੇ ਜਾਣੋਂ ਹਟ ਗਈ। ਜਦੋਂ ਮੈਂ ਘਰ ਨਾ ਹੋਣਾ ਫੇਰ ਚਲੇ ਜਾਂਦੀ। ਇੱਕ ਉਹਦੀ ਦੋਸਤੀ ਗਲਤ ਜਨਾਨੀਆਂ ਨਾਲ ਸੀ। ਇੱਥੇ ਮੁਹੱਲੇ 'ਚ ਵੀ ਉਸਦੇ ਪਿੰਡ ਦੀ ਇੱਕ ਜਨਾਨੀ ਆ, ਉਹ ਕਰੈਕਟਰਲੈਸ ਜਿਹੀ ਆ। ਇਹ ਉਹਦੇ ਕੋਲ ਬਹੁਤ ਜਾਂਦੀ ਸੀ, ਸਾਰਾ ਦਿਨ ਨਹੀਂ ਸੀ ਆਉਂਦੀ। ਜੇ ਕਿਤੇ ਜਾਂਦੀ ਸੀ, ਜਵਾਕਾਂ ਨੂੰ ਉਹਦੇ ਕੋਲ ਛੱਡ ਕੇ ਚਲੀ ਜਾਂਦੀ ਸੀ। ਮੈਨੂੰ ਮੇਰੀ ਭਰਜਾਈ ਦੱਸ ਦਿੰਦੀ ਸੀ। ਮੈਂ ਬਹੁਤ ਰੋਕਦਾ ਰਹਿੰਦਾ, ਕਹਿੰਦੀ ਮੇਰੇ ਪਿੰਡ ਦੀ ਆ, ਮੇਰੀ ਸਹੇਲੀ ਆ, ਮੈਂ ਤਾਂ ਜਾਊਂਗੀ, ਤੂੰ ਜੋ ਮਰਜ਼ੀ ਕਰ ਲਾ। ਉਸਨੇ ਦੱਸਿਆ, ਫਿਰ ਤੁਸੀਂ ਤਲਾਕ ਲੈ ਲਿਆ? ਮੈਂ ਪੁੱਛਿਆ, ਹੋਰ ਫਿਰ ਮੈਂ ਕੀ ਕਰਦਾ? ਉਸਨੇ ਕਿਹਾ, ਅੱਛਾ ਚਲੋ ਛੱਡੋ, ਇਹ ਦੱਸੋ ਤੁਸੀਂ ਕੰਮ ਕੀ ਕਰਦੇ ਹੋ? ਮੈਂ ਫੋਰਮੈਨ ਆ ਮੈਡਮ, ਇੱਕ ਫਾਰਮ 'ਚ ਉੱਤੇ ਗੇਟ ਗ੍ਰਿਲਾਂ ਬਣਾਉਣ ਵਾਲੀਆਂ ਮਸ਼ੀਨਾਂ ਬਣਾਉਂਦੀਆਂ ਨੇ, ਉਸਨੇ ਦੱਸਿਆ। ਠੀਕ ਹੈ ਜੀ। ਅੱਛਾ ਸੱਚ, ਬੱਚੇ ਫਿਰ ਤੁਸੀਂ ਕਿਉਂ ਨਹੀਂ ਰੱਖੇ? ਮੈਂ ਪੁੱਛਿਆ। ਬੱਚੇ ਪਹਿਲਾਂ ਤਾਂ ਮੈਂ ਮੰਗਦਾ ਸੀ, ਮੈਂ ਕੇਸ ਵੀ ਕੀਤਾ ਹੋਇਆ ਸੀ, ਪਰ ਜਦ ਤੱਕ ਕੇਸ ਦਾ ਫੈਸਲਾ ਹੋਇਆ ਬੱਚੇ ਵੱਡੇ ਹੋ ਗਏ। ਫਿਰ ਉਹਨਾਂ ਨੇ ਆਪਣੀ ਮਾਂ ਕੋਲ ਰਹਿਣ ਦੀ ਗੱਲ ਕਰਤੀ ਕੋਰਟ 'ਚ, ਪਰ ਤੁਸੀਂ ਬੇਫਿਕਰ ਰਹੋ, ਉਹਨਾਂ ਦਾ ਜੋ ਵੀ ਬਣਦਾ ਸੀ ਉਹਨਾਂ ਨੂੰ ਮੈਂ ਦੇਤਾ, ਉਸਨੇ ਦੱਸਿਆ। ਠੀਕ ਹੈ ਜੀ। ਇੱਕ ਗੱਲ ਦੱਸਾਂ, ਵੈਸੇ ਮੈਨੂੰ ਮੁੰਡੇ ਸਰਦਾਰ ਪਸੰਦ ਨੇ। ਹੁਣ ਤੁਸੀਂ ਦੱਸੋ ਕਿ ਪੱਗ ਬੰਨ੍ਹ ਲਿਆ ਕਰੋਗੇ? ਮੈਂ ਪੁੱਛਿਆ। ਮੈਂ ਪਹਿਲਾਂ ਤਾਂ ਬੰਨ੍ਹ ਲੈਂਦਾ ਸੀ 2 ਸਾਲ ਪਹਿਲਾਂ, ਫਿਰ ਮੈਂ ਇੱਕ ਵਾਰ ਰਾਜਸਥਾਨ ਰਹਿ ਆਇਆ, ਉੱਥੇ ਮੈਨੂੰ ਅਲਰਜੀ ਹੋ ਗਈ। ਫਿਰ ਨਾ ਤਾਂ ਮੇਰੇ ਤੇ ਕਦੇ ਦਾੜੀ ਮੁੱਛ ਰੱਖ ਹੋਈ ਤੇ ਨਾ ਕਦੇ ਪੱਗ ਬੰਨੀ, ਉਸਨੇ ਜਵਾਬ ਦਿੱਤਾ। ਪਰ ਮੈਨੂੰ ਤਾਂ ਸਰਦਾਰ ਪਸੰਦ ਨੇ। ਅੱਛਾ ਚੱਲੋ, ਕਿਸੇ ਫੰਕਸ਼ਨ 'ਤੇ ਤਾਂ ਬੰਨ੍ਹ ਨਹੀਂ ਸਕਦੇ ਹੋ ਨਾ ਜੀ? ਬੰਨ ਹੀ ਨਹੀਂ ਹੁੰਦੀ ਹੁਣ ਤਾਂ ਮੇਰੇ ਤੋਂ, ਨਾਲੇ ਮੈਂ ਟੀ-ਸ਼ਰਟ ਤੋਂ ਬਿਨਾਂ ਦੂਜੀ ਕੋਈ ਸ਼ਰਟ ਹੀ ਨਹੀਂ ਪਾ ਸਕਦਾ, ਉਸਨੇ ਇੱਕ ਹੋਰ ਟੈਨਸ਼ਨ ਦਿੰਦੇ ਹੋਏ ਕਿਹਾ। ਪਰ ਸਾਡੇ ਤਾਂ ਸਾਰੇ ਸਰਦਾਰ ਨੇ, ਨਾਲੇ ਵਿਆਹ ਵਗੈਰਾ 'ਚ ਤਾਂ ਕੋਟ ਪੈਂਟ ਵਗੈਰਾ ਨਾਲ ਪੱਗ ਹੀ ਸੋਹਣੀ ਲੱਗਦੀ ਆ। ਮੈਂ ਕਿਹਾ, ਚਲੋ ਟਰਾਈ ਕਰ ਲੂੰਗਾ ਜੇ ਬੰਨ ਹੋ ਗਈ, ਬਿਲਕੁਲ ਮਨਾ ਨਹੀਂ ਕਰਦਾ ਮੈਂ ਤੁਹਾਨੂੰ, ਉਸਨੇ ਕਿਹਾ। ਬਾਕੀ ਰਹੀ ਗੱਲ ਐਲਰਜੀ ਦੀ, ਉਹਦੀ ਆਪਾਂ ਦਵਾਈ ਲੈ ਲਵਾਂਗੇ, ਇੱਕ ਸਕਿਨ ਸਪੈਸ਼ਲਿਸਟ ਹੈਗੀ, ਮੈਨੂੰ ਚੰਗੀ ਤਰ੍ਹਾਂ ਜਾਣਦੀ ਆ, ਠੀਕ ਹੋ ਜੂ ਤੁਹਾਡੀ ਵੀ ਐਲਰਜੀ ਫੇਸ ਤੋਂ ਸਾਰੀ। ਅੱਛਾ ਹੁਣ ਇਹ ਦੱਸੋ ਕਿ ਮੇਰਾ ਬੇਟਾ ਮੈਂ ਨਾਲ ਰੱਖਣਾ ਏ, ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ? ਮੈਂ ਪੁੱਛਿਆ। ਨਾ ਮੈਨੂੰ ਤਾਂ ਕੀ ਇਤਰਾਜ਼ ਹੋਣਾ, ਆਪਾਂ ਨੂੰ ਤਾਂ ਬਸ ਰੋਟੀ ਪਾਣੀ ਟਾਈਮ ਨਾਲ ਚਾਹੀਦਾ, ਹੋਰ ਕੋਈ ਪ੍ਰੋਬਲਮ ਨਹੀਂ,
ਬਾਕੀ ਮੈਨੂੰ ਹੁਣ ਪੂਰਾ ਕੌਨਫੀਡੈਂਸ ਆ ਕਿ ਮੈਂ ਕੁੜੀ ਨੂੰ ਆਪਣੇ ਵਰਗੀ ਬਣਾ ਲੂੰਗਾ। ਉਸਨੇ ਟੁੱਟੇ ਭੱਜੇ ਇੰਗਲਿਸ਼ ਦੇ ਸ਼ਬਦਾਂ ਨਾਲ ਆਪਣਾ ਜਵਾਬ ਦਿੱਤਾ। ਜੀ ਚਲੋ ਹੁਣ ਤੁਸੀਂ ਦੱਸੋ, ਕੀ ਪੁੱਛਣਾ ਏ ਪੁੱਛੋ, ਮੈਂ ਕਿਹਾ। ਤੁਹਾਡਾ ਉੱਧਰ ਕੀ ਚੱਕਰ ਪੈ ਗਿਆ ਸੀ? ਉਸਨੇ ਪਹਿਲਾ ਪ੍ਰਸ਼ਨ ਪੁੱਛਿਆ। ਉਹ ਬਸ ਨਸ਼ੇ ਕਰਦਾ ਸੀ ਤੇ ਕੰਮ ਨਹੀਂ ਸੀ ਕਰਦੇ ਕੋਈ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਉਹ ਆਪ ਕੰਮ ਕਰਨ ਲੱਗ ਜਾਣ। ਮੈਂ 4 ਸਾਲ ਲਗਾਤਾਰ ਆਪ ਕਮਾ ਕੇ ਲਿਆਉਣਾ, ਫਿਰ ਘਰ ਚੱਲਦਾ ਸੀ। ਮੈਨੂੰ ਸੀ ਕਿ ਚਲੋ ਕਦੇ ਤਾਂ ਸੁਧਰਨਗੇ, ਪਰ ਉਹ ਨਹੀਂ ਸੁਧਰਨਾ ਚਾਹੁੰਦੇ ਸੀ। ਫਿਰ ਮੈਂ ਛੱਡਣਾ ਹੀ ਸਹੀ ਸਮਝਿਆ। ਮੈਂ ਦੱਸਿਆ, ਅੱਛਾ ਮੁੰਡਾ ਤੁਸੀਂ ਨਹੀਂ ਦਿੱਤਾ ਕਿ ਉਹਨੇ ਮੰਗਿਆ ਹੀ ਨਹੀਂ? ਉਸਨੇ ਮੈਨੂੰ ਪੁੱਛਿਆ ਤਾਂ ਨਾ ਉਹਨਾਂ ਨੇ ਮੰਗਿਆ ਤੇ ਨਾ ਹੀ ਮੈਂ ਦੇਣਾ ਸੀ ਜੇ ਮੰਗ ਵੀ ਲੈਂਦੇ। ਮੈਂ ਦੱਸਿਆ, ਚਲੋ ਪੜ੍ਹਾਈ ਦੱਸੋ, ਕਿੰਨੀ ਕੁ ਕੀਤੀ ਹੈ ਤੁਸੀਂ? ਉਸਨੇ ਪੁੱਛਿਆ। ਮੈਂ ਕੰਪਿਊਟਰ ਅਕਾਊਂਟੈਂਟਸ, ਡਰੈਸ ਡਿਜ਼ਾਈਨਰ, ਬਿਊਟੀ ਵਿਦ ਸਕਿਨ ਸਪੈਸ਼ਲਿਸਟ, ETT ਦੇ ਡਿਪਲੋਮੇ ਕੀਤੇ ਹੋਏ ਨੇ। ਮੈਂ ਜਵਾਬ ਦਿੱਤਾ। ਤੁਸੀਂ ਮੈਨੂੰ ਦੱਸੋ ਵੀ ETT ਕਿਹੜੀ ਜਮਾਤ ਹੁੰਦੀ ਆ? ਉਸਨੇ ਪੁੱਛਿਆ। ETT ਮਤਲਬ ਮੈਂ 8ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੜ੍ਹਾਉਣ ਜੋਗੀ ਮਾਸਟਰਨੀ ਦੀ ਡਿਗਰੀ ਕੀਤੀ ਹੋਈ ਆ। ਮਤਲਬ ਮੈਂ ਜੇ ਟੈਟ ਦਾ ਪੇਪਰ ਕਲੀਅਰ ਕਰ ਲਵਾਂ ਤਾਂ ਮੈਂ ਟੀਚਰ ਲੱਗ ਸਕਦੀ ਹਾਂ। ਜੇ ਮੈਂ ਪ੍ਰਾਈਵੇਟ ਵੀ ਪੜ੍ਹਾਉਣਾ ਹੋਵੇ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ? ਮੈਂ ਉਸ ਨੂੰ ਗੱਲ ਦਾ ਜਵਾਬ ਦੇਣ ਦੇ ਨਾਲ ਨਾਲ ਇੱਕ ਸਵਾਲ ਵੀ ਪੁੱਛ ਲਿਆ। ਨਾ ਸਕੂਲ ਹੈਗੇ ਨੇ ਆਪਣੇ ਘਰ ਕੋਲ, ਬਹੁਤੀ ਨਹੀਂ ਦੂਰ ਹੈਗੇ। ਗਗਨ ਨੂੰ ਵੀ ਉੱਥੇ ਲਾ ਦੇਵਾਂਗੇ ਪੜ੍ਹਨ, ਨਾਲੇ ਤੁਸੀਂ ਪੜ੍ਹਾਉਣ ਲੱਗ ਜਿਓ। ਪਰ ਮੈਨੂੰ ਦੁਪਹਿਰ ਦੇ 1 ਵਜੇ ਹਰ ਹਾਲ 'ਚ ਰੋਟੀ ਚਾਹੀਦੀ ਆ। ਉਹ ਤੁਸੀਂ ਦੇਖਣਾ ਹੈ ਆਪ ਵੀ ਕਿਵੇਂ ਬਣੂਗੀ ਰੋਟੀ ਟਾਈਮ 'ਤੇ। ਉਸਨੇ ਜਵਾਬ ਦਿੱਤਾ। ਮੈਂ ਉਸਦੀ ਇਸ ਗੱਲ ਬਾਰੇ ਅਜੇ ਸੋਚ ਹੀ ਰਹੀ ਸੀ ਕਿ ਉਹ ਫੇਰ ਬੋਲਿਆ, ਅੱਛਾ ਹੁਣ ਸਾਰੇ ਸਾਡੇ ਮੂੰਹ ਵੱਲ ਦੇਖਦੇ ਨੇ, ਕਹਿੰਦੇ ਹੋਣਗੇ ਇਹ ਤਾਂ ਅੱਜ ਹੀ ਪਿੰਗਾ ਪਾ ਕੇ ਬਹਿ ਗਏ। ਤੁਸੀਂ ਹੁਣ ਇਹ ਦੱਸੋ, ਮੈਂ ਪਸੰਦ ਆ ਤੁਹਾਨੂੰ? ਉਸਨੇ ਪੁੱਛਿਆ। ਤੁਸੀਂ ਦੱਸੋ, ਮੈਨੂੰ ਤਾਂ ਠੀਕ ਆ ਬਸ। ਹੁਣ ਕਿਹੜਾ ਪਹਿਲੀ ਵਾਰ ਕਰਵਾਉਣ ਲੱਗੇ ਆ ਆਪਾਂ ਵੀ ਹਰ ਚੀਜ਼ ਪਰਫੈਕਟ ਭਾਲੀਏ। ਮੈਂ ਜਵਾਬ ਦਿੱਤਾ। ਵੈਸੇ ਮੈਂ SC ਕਾਸਟ ਨੂੰ ਬਿਲੋਂਗ ਕਰਦੀ ਹਾਂ। ਤੁਹਾਨੂੰ ਮੈਂ ਪਹਿਲਾਂ ਹੀ ਸਾਫ਼-ਸਾਫ਼ ਗੱਲ ਦੱਸ ਦਿੰਦੀ ਹਾਂ ਕਿ ਆਪਾਂ ਸੇਮ ਕਾਸਟ ਦੇ ਨਹੀਂ ਹੈਗੇ। ਤੁਸੀਂ ਜਾਂ ਤੁਹਾਡਾ ਕੋਈ ਹੋਰ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਮੈਨੂੰ ਕਦੇ ਮੇਰੀ ਕਾਸਟ ਬਾਰੇ ਕੁਝ ਨਾ ਕਹੇ। ਜੇ ਇਸ ਤਰ੍ਹਾਂ ਦਾ ਕੁਝ ਵੀ ਤੁਹਾਨੂੰ ਲੱਗਦਾ ਏ ਕੀ ਹੋਊ ਤਾਂ ਹੁਣ ਸੋਚ ਲਿਓ। ਮੈਂ ਕਿਹਾ, ਨਹੀਂ ਉਹ ਤੁਸੀਂ ਗੱਲ ਮੇਰੇ 'ਤੇ ਗੱਲ ਛੱਡ ਦਿਓ। ਚਲੋ ਫੇਰ ਕਰ ਦਈਏ ਹੁਣ ਓਕੇ ਅੰਮ। ਵੈਸੇ ਮੈਨੂੰ ਤਾਂ ਤੁਸੀਂ ਪਹਿਲੀ ਨਜ਼ਰ 'ਚ ਹੀ ਪਸੰਦ ਆ ਗਏ ਸੀ, ਪਰ ਤੁਸੀਂ ਰੱਟ ਲਾਈ ਬੈਠੇ ਸੀ ਗੱਲ ਕਰਕੇ ਦੇਖਣੀ ਆ ਪਹਿਲਾਂ, ਤਾਂ ਨਹੀਂ ਮੈਂ ਪਹਿਲਾਂ ਦੱਸਿਆ ਕਿਸੇ ਨੂੰ ਵੀ। ਉਸਨੇ ਮੁਸਕਰਾ ਕੇ ਜਵਾਬ ਦਿੱਤਾ ਅਤੇ ਦੋਵੇਂ ਉੱਠ ਕੇ ਆਪਣੇ ਪਰਿਵਾਰ ਵਿੱਚ ਜਾ ਕੇ ਬੈਠ ਗਏ। ਆਪਣੇ ਪਰਿਵਾਰਕ ਮੈਂਬਰਾਂ ਵਿੱਚ ਆ ਕੇ ਬੈਠਣ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੂੰ ਹਾਂ ਨਾ ਪੁੱਛੀ ਤਾਂ ਦੋਹਾਂ ਨੇ ਹਾਂ ਕਰ ਦਿੱਤੀ। ਫਿਰ ਮੁੰਡੇ ਦੀਆਂ ਭੈਣਾਂ ਉਸ ਨੂੰ ਥੋੜ੍ਹਾ ਦੂਰ ਲੈ ਕੇ ਕੋਈ ਸਲਾਹ ਕਰਨ ਲੱਗ ਪਈਆਂ ਤੇ ਕਾਫੀ ਦੇਰ ਤੱਕ ਵਾਪਸ ਨਾ ਆਈਆਂ। ਫਿਰ ਮੁੰਡੇ ਨੂੰ ਵੀ ਬੁਲਾਇਆ ਗਿਆ ਤੇ ਸਾਨੂੰ ਥੋੜ੍ਹਾ ਸਮਾਂ ਇੰਤਜ਼ਾਰ ਕਰਨ ਲਈ ਕਿਹਾ ਗਿਆ। ਉੱਧਰ ਮੇਰੇ ਮੰਮੀ ਨੂੰ ਵੀ ਸੀ ਕਿ ਉਹ ਕੁਝ ਸਲਾਹ ਕਰਕੇ ਆਏ ਨੇ ਤਾਂ ਦੱਸਣਗੇ ਹੀ ਕੁਝ ਨਾ ਕੁਝ, ਪਰ ਉਹ ਕੁਝ ਵੀ ਨਹੀਂ ਸੀ ਦੱਸ ਰਹੇ। ਉੱਦਾਂ ਮੁੰਡੇ ਦੇ ਭਰਾ ਤੇ ਜੀਜੇ ਨੂੰ ਮਠਿਆਈਆਂ ਲੈਣ ਲਈ ਭੇਜ ਦਿੱਤਾ। ਜਦੋਂ ਕਾਫੀ ਦੇਰ ਤੱਕ ਉਹ ਨਾ ਦਿਖੇ ਤਾਂ ਮੇਰੀ ਮੰਮੀ ਨੇ ਵਿਚੋਲਨ ਨੂੰ ਪੁੱਛਿਆ, ਇਹ ਕੀ ਚਾਹੁੰਦੇ ਨੇ? ਕੋਈ ਕੁਝ ਦੱਸਦਾ ਹੀ ਨਹੀਂ। ਉਹ ਗਏ ਨੇ ਮਠਿਆਈਆਂ ਲੈਣ, ਸ਼ਗਨ ਕਰਨਾ ਏ ਕਹਿੰਦੇ, ਵਿਚੋਲਨ ਨੇ ਦੱਸਿਆ। ਤਾਂ ਮੇਰੀ ਮੰਮੀ ਨੇ ਫਟਾਫਟ ਮੇਰੇ ਭਰਾ ਨੂੰ ਬੁਲਾਇਆ ਤੇ 1000 ਰੁਪਈਆ ਦੇ ਕੇ ਮਠਿਆਈਆਂ ਲੈਣ ਭੇਜ ਦਿੱਤਾ। ਥੋੜ੍ਹੀ ਦੇਰ ਬਾਅਦ ਮਠਿਆਈ ਲੈਣ ਗਏ ਉਹਨਾਂ ਦੇ ਬੰਦੇ ਆ ਪਹੁੰਚੇ ਤੇ ਪਿੱਛੋਂ ਹੀ ਮੇਰਾ ਭਰਾ ਵੀ ਆ ਗਿਆ। ਸਾਨੂੰ ਦੋਵਾਂ ਨੂੰ ਸਵਾਈਆ ਸਮਾਂ ਹੋਣ ਤੱਕ ਉਡੀਕ ਕਰਨ ਲਈ ਕਹਿ ਦਿੱਤਾ। ਫਿਰ ਜਦੋਂ 20 ਕੁ ਮਿੰਟ ਬਾਅਦ 1:15 ਹੋਇਆ ਤਾਂ ਸਾਨੂੰ ਦੋਵਾਂ ਨੂੰ ਬਿਠਾ ਕੇ ਸ਼ਗਨ ਕੀਤਾ ਗਿਆ। ਮੇਰੀ ਮੰਮੀ ਤੇ ਉਸਦੀ ਭੈਣ ਦੋਵਾਂ ਨੇ ਸ਼ਗਨ ਕਰ ਦਿੱਤਾ ਤੇ ਸਾਰਿਆਂ ਨੇ ਸਾਡਾ ਮੂੰਹ ਮਿੱਠਾ ਕਰਵਾ ਦਿੱਤਾ। ਸਾਰਿਆਂ ਨੇ ਜਦੋਂ ਸ਼ਗਨ ਕੀਤਾ ਤਾਂ ਮੈਨੂੰ ਸਾਰੀਆਂ ਔਰਤਾਂ ਤੇ ਉਸ ਨੂੰ ਸਾਰੇ ਆਦਮੀਆਂ ਨੇ ਮੂੰਹ ਮਿੱਠਾ ਕਰਵਾਇਆ, ਸਿਵਾਏ ਇੱਕ ਔਰਤ ਦੇ। ਉਹ ਔਰਤ ਹੋਰ ਕੋਈ ਨਹੀਂ ਸੀ, ਉਹ ਉਸਦੀ ਆਪਣੀ ਭਰਜਾਈ ਸੀ। ਮੈਨੂੰ ਅਜੀਬ ਜਿਹਾ ਲੱਗਿਆ ਕਿ ਉਹ ਉਸ ਤੋਂ ਤਾਂ ਛੋਟੀ ਆ, ਫਿਰ ਮੂੰਹ ਮਿੱਠਾ ਕਿਵੇਂ ਕਰਵਾ ਸਕਦੀ ਆ। ਪਰ ਫਿਰ ਮੈਂ ਸੋਚਿਆ, ਨਹੀਂ ਰਮਨ, ਇਹ ਸ਼ਾਇਦ ਕਲੋਜ਼ ਹੋਣਗੇ ਸਾਰੀ ਫੈਮਿਲੀ, ਇਸ ਕਰਕੇ ਮੈਂ ਆਪਣੇ ਦਿਮਾਗ ਵਿੱਚ ਇਸ ਤਰ੍ਹਾਂ ਗੱਲ ਨੂੰ ਘਰ ਨਹੀਂ ਕਰਨ ਦਿੱਤਾ। ਸ਼ਗਨ ਤੋਂ ਬਾਅਦ ਸਾਰਿਆਂ ਨੇ ਸਾਡੇ ਨਾਲ ਫੋਟੋਆਂ ਖਿਚਵਾਈਆਂ ਤੇ ਸਾਨੂੰ ਡੱਬੇ ਬਦਲਣ ਲਈ ਕਿਹਾ ਦਿੱਤਾ ਗਿਆ। ਮੈਂ ਆਪਣਾ ਡੱਬਾ ਉਸ ਨੂੰ ਦੇ ਕੇ ਉਸ ਤੋਂ ਉਸਦਾ ਡੱਬਾ ਫੜ ਲਿਆ ਤੇ ਫਿਰ ਸਾਨੂੰ ਖੜੇ ਹੋ ਕੇ ਦੁਬਾਰਾ ਬੈਠਣ ਲਈ ਕਹਿ ਦਿੱਤਾ ਗਿਆ। ਫਿਰ ਮੇਰਾ ਭਰਾ ਜਾ ਕੇ ਕੁਝ ਕੋਲਡ ਡਰਿੰਕ ਦੇ ਸਮੋਸੇ ਪਕੌੜੇ ਆਦਿ ਲੈ ਕੇ ਆਇਆ। ਸਾਰਿਆਂ ਨੇ ਲੋਕਡਾਊਨ ਕਰਕੇ ਹੋਟਲ ਜਾਣ ਤੋਂ ਮਨਾ ਕਰ ਦਿੱਤਾ ਸੀ ਤਾਂ ਮੇਰੇ ਭਰਾ ਨੇ ਇਹੀ ਠੀਕ ਸਮਝਿਆ। ਸਾਰਿਆਂ ਨੇ ਸਮੋਸੇ ਪਕੌੜੇ ਖਾਧੇ ਤੇ ਕੋਲਡ ਡਰਿੰਕਸ ਪੀ ਲਈ। ਫਿਰ ਅਸੀਂ ਵਾਪਸ ਆਉਣ ਲੱਗੇ ਤਾਂ ਮੈਂ ਉਸਦੇ ਸਾਰੇ ਪਰਿਵਾਰ ਨੂੰ ਮੱਥਾ ਟੇਕਿਆ ਤੇ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਸਤਿ ਸ਼੍ਰੀ ਅਕਾਲ ਬੁਲਾਈ ਤੇ ਅਸੀਂ ਵਾਪਸ ਆ ਗਏ। ਘਰ ਆ ਕੇ ਮੈਂ ਆਪਣੇ ਪਾਪਾ ਨੂੰ ਮਿਲੀ ਤੇ ਵਧਾਈਆਂ ਦਿੱਤੀਆਂ।
ਅਤੇ ਆਪਣੇ ਭਰਾ ਦੇ ਫੋਨ ਵਿੱਚੋਂ ਸ਼ਗਨ ਦੀ ਫੋਟੋ ਕੱਢ ਕੇ ਦਿਖਾ ਦਿੱਤੀ। ਫਿਰ ਮੈਂ ਕੱਪੜੇ ਬਦਲ ਕੇ ਆਪਣੇ ਫੋਨ ਨੂੰ ਚਾਰਜ 'ਤੇ ਲਾਇਆ ਅਤੇ ਉਸ ਨੂੰ ਔਨ ਕਰਨ ਲੱਗ ਪਈ, ਕਿਉਂਕਿ ਰਾਤੀ ਮੀਂਹ ਪੈਣ ਕਾਰਨ ਰਾਤ ਤੋਂ ਬਿਜਲੀ ਕੱਟ ਸੀ। ਇਨਵਰਟਰ ਵੀ ਜਵਾਬ ਦੇ ਗਿਆ ਸੀ, ਇਸ ਲਈ ਫੋਨ ਦੀ ਬੈਟਰੀ ਵੀ ਨਹੀਂ ਸੀ। ਇਸ ਕਰਕੇ ਮੈਂ ਆਪਣਾ ਫੋਨ ਜਾਣ ਲਈ ਚਾਰਜਰ ਲਾ ਗਈ। ਮੈਂ ਸੋਚਿਆ ਕਿ ਜੇ ਬਾਅਦ ਵਿੱਚ ਬਿਜਲੀ ਆ ਗਈ ਤਾਂ ਮੇਰੇ ਵਾਪਸ ਆਉਣ ਤੱਕ ਫੋਨ ਚਾਰਜ ਹੋ ਜਾਵੇਗਾ। ਬਿਲਕੁਲ ਮੇਰੀ ਸੋਚ ਦੇ ਵਾਂਗ ਹੀ ਹੋਇਆ। ਚਲੋ ਪੂਰਾ ਤਾਂ ਸਹੀ, ਫੋਨ ਅੱਧਾ ਕੁ ਤਾਂ ਚਾਰਜ ਹੋ ਗਿਆ। ਜਿਵੇਂ ਹੀ ਮੈਂ ਫੋਨ ਔਨ ਕੀਤਾ ਤਾਂ ਨਾਲ ਹੀ ਮੇਰੇ ਫੋਨ 'ਤੇ WhatsApp 'ਤੇ ਕਈ ਜਾਣਿਆਂ ਦੇ ਮੈਸੇਜ ਆਏ। ਇੱਕ ਨਵੇਂ ਨੰਬਰ ਤੋਂ ਮਿਸਡ ਵੌਇਸ ਕਾਲ ਵੀ ਆਈ, ਜੋ ਕਿ 12:30 ਵਜੇ ਆਈ ਸੀ। ਮੈਂ ਸੋਚਿਆ ਬਹੁਤ ਕਿ ਨੰਬਰ ਕਿਸ ਦਾ ਹੋ ਸਕਦਾ, ਪਰ ਮੈਨੂੰ ਕੁਝ ਵੀ ਯਾਦ ਨਾ ਆਇਆ ਕਿ ਮੈਂ ਉਸ ਨੰਬਰ ਨੂੰ ਇੱਦਾਂ ਹੀ ਕਿਸੇ ਨਾਮ ਤੋਂ ਸੇਵ ਕਰ ਲਿਆ ਤਾਂ ਜੋ ਉਸ ਨੰਬਰ 'ਤੇ ਕੋਈ ਫੋਟੋ ਲੱਗੀ ਹੋਈ ਹੋਵੇਗੀ ਮੈਨੂੰ ਦਿਖ ਜਾਵੇਗੀ। ਉਹੀ ਹੋਇਆ, ਨੰਬਰ ਸੇਵ ਕੀਤਾ ਹੀ ਸੀ ਕਿ ਮੈਨੂੰ ਉਸ ਦੀ ਫੋਟੋ ਲੱਗੀ ਦਿਖਾਈ ਦਿੱਤੀ। ਜਦੋਂ ਮੈਂ ਉਸ ਨੂੰ ਵੱਡੀ ਕਰਕੇ ਦੇਖਿਆ ਤਾਂ ਮੈਂ ਹੈਰਾਨ ਹੋ ਗਈ ਕਿ ਉਹ ਨੰਬਰ ਕਿਸੇ ਹੋਰ ਦਾ ਨਹੀਂ, ਸਗੋਂ ਜਸਕਰਨ ਦਾ ਹੀ ਸੀ। ਮੈਂ ਆਪਣੇ ਦਿਮਾਗ 'ਤੇ ਜ਼ੋਰ ਪਾਇਆ ਤਾਂ ਮੈਨੂੰ ਯਾਦ ਆਇਆ ਕਿ ਜੋ ਉਸ ਦੀ ਮਿਸਡ ਵੌਇਸ ਕਾਲ ਸਮਾਂ ਦਿਖਾ ਰਹੀ ਸੀ, ਉਸ ਸਮੇਂ ਤਾਂ ਅਸੀਂ ਦੋਵੇਂ ਬੈਠੇ ਗੱਲਾਂ ਕਰ ਰਹੇ ਸੀ। ਫਿਰ ਮੈਂ ਹੋਰ ਸੋਚਿਆ ਤਾਂ ਮੈਨੂੰ ਯਾਦ ਆਇਆ ਕਿ ਉਸਨੇ ਮੇਰੇ ਤੋਂ ਇਹ ਕਹਿ ਕੇ ਮੇਰਾ ਨੰਬਰ ਲਿਆ ਸੀ। ਚਲੋ ਹੁਣ ਬਹੁਤੀਆਂ ਗੱਲਾਂ ਤਾਂ ਆਪਾਂ ਇੱਥੇ ਹੀ ਕਲੀਅਰ ਵੀ ਨਹੀਂ ਕਰ ਸਕਦੇ, ਟਾਈਮ ਬਹੁਤ ਘੱਟ ਆ। ਮੈਂ ਆਪਣੇ ਕੋਲ, ਤੁਸੀਂ ਮੇਰਾ ਨੰਬਰ ਆਪਣੇ ਫੋਨ 'ਚ ਸੇਵ ਕਰ ਲਓ। ਪਰ ਜਦੋਂ ਮੈਂ ਉਸ ਨੂੰ ਕਿਹਾ ਸੀ ਕਿ ਫੋਨ ਘਰ ਆ ਤਾਂ ਉਸਨੇ ਮੇਰੇ ਤੋਂ ਨੰਬਰ ਲੈ ਲਿਆ ਸੀ, ਜੋ ਮੈਂ ਵੀ ਬੜੇ ਦਿਮਾਗ ਨਾਲ ਉਸ ਨੂੰ WhatsApp ਨੰਬਰ ਭੇਜ ਦਿੱਤਾ ਸੀ ਤਾਂ ਕਿ ਜੋ ਮੈਨੂੰ ਫੋਨ ਘੱਟ ਹੀ ਕਰ ਸਕੇ, ਕਿਉਂਕਿ ਮੇਰਾ WhatsApp ਨੰਬਰ ਜ਼ਿਆਦਾਤਰ ਬੰਦ ਹੀ ਰਹਿੰਦਾ ਸੀ, ਕਦੇ-ਕਦੇ ਹੀ ਚੱਲਦਾ ਸੀ। ਮੈਨੂੰ ਇਹ ਸੀ ਕਿ ਜੇ ਮੈਂ ਉਸ ਨੂੰ ਆਪਣਾ ਕਾਲਿੰਗ ਵਾਲਾ ਨੰਬਰ ਦੇ ਦਿੱਤਾ ਤਾਂ ਉਹ ਹਰ ਸਮੇਂ ਚੱਲਦਾ ਰਹਿੰਦਾ ਤਾਂ ਉਸਨੇ ਮੈਨੂੰ ਬਹੁਤ ਤੰਗ ਕਰਿਆ ਕਰਨਾ। ਖੈਰ ਮੈਂ ਉਸ ਨੂੰ ਆਪਣੇ ਵੱਲੋਂ ਹਾਂ ਜੀ ਲਿਖ ਕੇ ਜਵਾਬ ਦਿੱਤਾ। ਉਸਨੇ ਸੀਨ ਕਰਕੇ ਛੱਡ ਦਿੱਤਾ। ਫਿਰ ਸ਼ਾਮ ਨੂੰ ਉਸਨੇ ਮੈਨੂੰ ਵੌਇਸ ਕਾਲ ਕਰ ਲਈ, ਜਸਕਰਨ ਹੈਲੋ, ਹਾਂਜੀ ਕਿਵੇਂ ਹੋ? ਮੈਂ ਹਾਂਜੀ ਬਸ ਵਧੀਆ ਹੈ ਜੀ, ਤੁਸੀਂ ਦੱਸੋ? ਜਸਕਰਨ, ਤੁਸੀਂ ਕਾਲਿੰਗ ਲਈ ਹੋਰ ਨੰਬਰ ਰੱਖਦੇ ਹੋ? ਨੰਬਰ 'ਤੇ ਕਾਲ ਕਰਦਾ ਸੀ, ਮੈਂ ਲੱਗੀ ਨਹੀਂ। ਮੈਂ ਹਾਂਜੀ ਬਸ ਬਹੁਤ ਨਹੀਂ ਚੱਲਦਾ, ਰੱਖੀ ਆ ਮੈਂ ਫੋਨ ਨੰਬਰ ਤਾਂ ਕਰਕੇ। ਜਸਕਰਨ ਹੋਰ ਦੱਸੋ ਕੋਈ ਗੱਲਬਾਤ? ਮੈਂ ਬਸ ਠੀਕ ਠਾਕ, ਤੁਸੀਂ ਦੱਸੋ? ਜਸਕਰਨ, ਚਲੋ ਫਿਰ ਕਰਦਾ ਏ ਮੈਂ ਗੱਲ, ਕੰਮ ਕਰ ਲਵਾਂ। ਇੰਨਾ ਕਹਿ ਕੇ ਉਸਨੇ ਫੋਨ ਕੱਟ ਕਰ ਦਿੱਤਾ ਤੇ ਫਿਰ ਰਾਤ ਨੂੰ ਫਿਰ ਫੋਨ ਕਰ ਲਿਆ। ਪਹਿਲੀ ਵਾਰ ਮੈਂ ਕਿਸੇ ਮੁੰਡੇ ਨਾਲ ਰਾਤ ਨੂੰ ਗੱਲ ਕਰ ਰਹੀ ਸੀ। ਮੈਂ ਉਸ ਨੂੰ ਕਿਹਾ ਤੁਸੀਂ ਸਵੇਰੇ ਫੋਨ ਕਰ ਲਿਓ, ਬਹੁਤ ਰਾਤ ਆ ਹੁਣ, ਤੁਸੀਂ ਵੀ ਥੱਕੇ ਹੋਏ ਹੋਵੋਗੇ, ਰੈਸਟ ਕਰੋ। ਹੁਣ ਤੁਸੀਂ ਨਹਾ ਕੇ, ਮੈਡਮ ਜੀ ਤੁਸੀਂ ਤਾਂ ਪਹਿਲੇ ਹੀ ਦਿਨ ਸਾਥ ਛੱਡਣ ਲਈ ਤਿਆਰ ਹੋ, ਜ਼ਿੰਦਗੀ ਕਿਵੇਂ ਲੰਘਾਓਗੇ? ਉਸਨੇ ਕਿਹਾ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਪਾਪਾ ਸੋਚਣਗੇ ਕਿ ਮਸਾਂ ਹੀ ਮੰਗਣੀ ਹੋਈ ਆ ਕੁੜੀ ਦੀ, ਇਹ ਤਾਂ ਫੋਨ ਹੀ ਨਹੀਂ ਛੱਡਦੀ। ਮੈਂ ਜਵਾਬ ਦਿੱਤਾ ਹੁਣ ਤੁਸੀਂ ਜਸਕਰਨ ਦੇ ਹੋ, ਹੁਣ ਉਹ ਕਿਹੜੀ ਗੱਲ ਦਾ ਡਰ ਆ? ਉਸਨੇ ਪੁੱਛਿਆ ਨਹੀਂ ਗੱਲ ਉਹ ਨਹੀਂ, ਤੁਸੀਂ ਦਿਨ 'ਚ ਫੋਨ ਕਰਿਓ, ਆਪਾਂ ਫਿਰ ਗੱਲ ਕਰਾਂਗੇ, ਵਧੀਆ ਨਹੀਂ ਲੱਗਦਾ। ਮੈਂ ਕਿਹਾ ਲੱਗਦਾ ਤੁਸੀਂ ਮੈਨੂੰ ਗਲਤ ਸਮਝ ਲਿਆ, ਮੈਂ ਉਵੇਂ ਦਾ ਨਹੀਂ ਹੈਗਾ। ਜਸਕਰਨ ਨੇ ਕਿਹਾ ਮੇਰੀ ਮਜਬੂਰੀ ਸਮਝੋ, ਦਿਨ ਵਿੱਚ ਗੱਲ ਕਰਦੇ ਹਾਂ, ਕਿਉਂਕਿ ਉੱਪਰ ਖੜੀ ਗੱਲ ਕਰਦੀ ਮੈਂ ਹੇਠਾਂ ਗੱਲ ਨਹੀਂ ਹੋਣੀ, ਕਿਉਂਕਿ ਰੇਂਜ ਨਹੀਂ ਆਉਂਦੀ ਏਅਰਟੈਲ ਦੀ ਹੇਠਾਂ। ਨਾਲੇ ਦੂਜੀ ਗੱਲ ਆਪਣੇ ਘਰ ਨਵਾਂ ਬਣਿਆ ਹੋਇਆ ਏ ਤਾਂ ਕਰਕੇ ਅਜੇ ਚਾਰੇ ਪਾਸਿਓਂ ਖੁੱਲ੍ਹਾ ਪਿਆ ਏ, ਜੰਗਲਾ ਵੀ ਨਹੀਂ। ਲੋਕਾਂ ਨੇ ਫੋਨ ਚੱਲਦਾ ਦੇਖ ਕੇ ਮੈਨੂੰ ਗਲਤ ਸਮਝ ਲੈਣਾ। ਮੈਂ ਦੱਸਿਆ ਠੀਕ ਆ ਜੀ ਮਰਜ਼ੀ ਆ, ਕਹਿ ਕੇ ਉਸਨੇ ਫੋਨ ਕੱਟ ਕਰ ਦਿੱਤਾ। ਮੈਂ ਹੇਠਾਂ ਆ ਕੇ ਸੌਂ ਗਈ। ਇਸੇ ਤਰ੍ਹਾਂ ਇੱਕ ਦਿਨ ਉਸਨੇ ਮੇਰੇ ਨਾਲ ਰੋਮਾਂਟਿਕ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਤਾਂ ਮੈਂ ਕੁਝ ਨਾ ਕਿਹਾ, ਪਰ ਜਦੋਂ ਉਹ 2 ਮਿੰਟ ਬਾਅਦ ਨਾ ਹਟਿਆ ਤਾਂ ਮੈਂ ਉਸ ਨੂੰ ਕਿਹਾ ਤੁਸੀਂ ਪਲੀਜ਼ ਮੇਰੇ ਨਾਲ ਅਜੇ ਇਸ ਤਰ੍ਹਾਂ ਦੀ ਕੋਈ ਗੱਲ ਨਾ ਕਰਿਓ, ਮੈਨੂੰ ਇਹ ਗੱਲਾਂ ਪਸੰਦ ਨਹੀਂ। ਮੈਨੂੰ ਨਹੀਂ ਲੱਗਦਾ ਕਿ ਤੂੰ ਮੈਨੂੰ ਮੇਰੀ ਪਤਨੀ ਬਣਨ ਦੇ ਲਾਇਕ ਆ, ਤੈਨੂੰ ਤਾਂ ਇਹੀ ਨਹੀਂ ਪਤਾ ਕਿ ਬੰਦਾ ਖੁਸ਼ ਕਿਵੇਂ ਰੱਖੀਦਾ, ਉਸਨੇ ਮੈਨੂੰ ਕਿਹਾ। ਉਸਨੇ ਇੱਥੇ ਹੀ ਬਸ ਨਹੀਂ ਕੀਤੀ, ਉਹ ਬੋਲਣ ਵੇਲੇ ਇੱਕਦਮ ਘਟੀਆ ਕਿਸਮ ਦੀ ਭਾਸ਼ਾ ਬੋਲਦਾ ਸੀ, ਜਿਸ ਨੂੰ ਮੇਰੇ ਵਰਗੇ ਬਕਵਾਸ ਕਹਿਣ ਤਾਂ ਵੀ ਘੱਟ ਆ। ਉਸ ਨੂੰ ਲੱਗਦਾ ਸੀ ਕਿ ਉਹ ਮਰਦ ਆ, ਸ਼ਾਇਦ ਇਸ ਕਰਕੇ ਮੈਂ ਉਸ ਨੂੰ ਝੱਲ ਲਵਾਂਗੀ, ਇਹੀ ਸੋਚ ਕੇ ਸ਼ਾਇਦ ਉਹ ਬਹੁਤ ਬਕਵਾਸ ਕਰਦਾ ਸੀ। ਮੈਂ ਆਪਣੇ ਪਰਿਵਾਰ ਨੂੰ ਇਸ ਲਈ ਕੁਝ ਨਾ ਦੱਸਿਆ ਕਿਉਂਕਿ ਉਹ ਮੈਨੂੰ ਇਹ ਕਹਿਣ ਲੱਗ ਜਾਂਦੇ ਸੀ ਕਿ ਸ਼ਾਇਦ ਵਿਆਹ ਨਹੀਂ ਕਰਵਾਉਣਾ ਚਾਹੁੰਦੀ, ਇਸੇ ਲਈ ਮੈਂ ਇਦਾਂ ਦੀਆਂ ਗੱਲਾਂ ਕਰਕੇ ਜਵਾਬ ਦਿਖਾਉਣਾ ਨਹੀਂ ਚਾਹੁੰਦੀ ਸੀ। ਹੋਰ ਤਾਂ ਹੋਰ ਇੱਕ ਦਿਨ ਉਸਨੇ ਹੱਦ ਹੀ ਕਰ ਦਿੱਤੀ। ਮੈਂ ਸਾਰੇ ਸ਼ਗਨ ਵਾਲੇ ਦਿਨ ਸ਼ਾਮ ਨੂੰ ਇੱਕ ਬਹੁਤ ਹੀ ਪਿਆਰੀ ਜਿਹੀ ਕਵਿਤਾ ਲਿਖੀ, ਜਿਸ ਵਿੱਚ ਮੈਂ ਉਸਦੇ ਮੇਰੀ ਜ਼ਿੰਦਗੀ ਦੇ ਆਉਣ 'ਤੇ ਖੁਸ਼ੀ ਜ਼ਾਹਿਰ ਕੀਤੀ ਸੀ।
ਤੇ ਉਸ ਦੀ ਤਾਰੀਫ ਵੀ ਕੀਤੀ ਸੀ। ਉਸਨੇ ਕਿਹਾ ਸੀ ਕਿ ਉਹ ਕਵਿਤਾ ਤੇ ਬਾਕੀ ਸਾਰੀਆਂ ਰਚਨਾਵਾਂ ਵੀ ਮੈਂ ਕਾਪੀ ਕਰਕੇ ਆਪਣਾ ਨਾਮ ਲਿਖ ਕੇ ਪਾਉਂਦੀ ਰਹਿੰਦੀ ਹਾਂ। ਮੈਂ ਉਸ ਨੂੰ ਇਸ ਗੱਲ ਕਰਕੇ ਬਹੁਤ ਗੁੱਸੇ ਹੋਈ, ਪਰ ਉਸਨੇ ਮੇਰੇ ਤੋਂ ਇੱਕ ਵਾਰ ਵੀ ਮਾफ़ੀ ਨਾ ਮੰਗੀ। ਖੈਰ ਹੁਣ ਤਾਂ ਇਹ ਕੰਮ ਰੋਜ਼ ਦਾ ਹੋ ਗਿਆ ਸੀ। ਉਸ ਦੀਆਂ ਗੱਲਾਂ ਦੱਸਦੀਆਂ ਸੀ ਕਿ ਉਹ ਸਿਰਫ ਸਰੀਰ ਦਾ ਭੁੱਖਾ ਇਨਸਾਨ ਆ, ਪਰ ਮੈਂ ਆਪਣੇ ਪਰਿਵਾਰ ਤੋਂ ਡਰਦੀ ਨੇ ਸਮਝੌਤਾ ਕਰ ਲਿਆ ਸੀ। ਇੱਕ ਦਿਨ ਉਸਨੇ ਮੈਨੂੰ ਕਿਹਾ, ਰਮਨ ਅਲਮਾਰੀ ਲੈ ਕੇ ਆਉਣੀ ਆ, ਕਲਰ ਦੱਸ ਦੇਈ ਕਿਹੜਾ ਲਈਏ। ਕਿਉਂ ਪਹਿਲਾਂ ਘਰੇ ਅਲਮਾਰੀ ਹੈ ਨਹੀਂ? ਮੈਂ ਪੁੱਛਿਆ। ਨਹੀਂ ਯਾਰ ਹੈ ਨਹੀਂ, ਤੂੰ ਦੱਸ ਕਿਹੜਾ ਕਲਰ ਲਈਏ। ਉਸਨੇ ਫਿਰ ਸਵਾਲ ਕੀਤਾ। ਤੁਹਾਨੂੰ ਕਿਹੜਾ ਪਸੰਦ ਆ ਕਲਰ? ਮੈਂ ਪੁੱਛਿਆ। ਮੈਂ ਤਾਂ ਸੋਚਦਾ ਸੀ ਜਿਵੇਂ ਦਾ ਰੰਗ ਬੈੱਡਾਂ ਦਾ ਹੈ ਉਹੀ ਰੰਗ ਲੈ ਲਈਏ। ਕਿਹੜਾ ਕਲਰ ਆ ਬੈੱਡਾਂ ਦਾ? ਕੌਫੀ ਕਲਰ। ਠੀਕ ਆ, ਫਿਰ ਤੁਸੀਂ ਕੌਫੀ ਕਲਰ ਹੀ ਲੈ ਆਇਓ, ਅਲਮਾਰੀ ਵੀ। ਠੀਕ ਆ। ਵੈਸੇ ਦੀਦੀ ਕਹਿੰਦੇ ਸੀ ਵੀ ਵਿਆਹ ਤੋਂ ਬਾਅਦ ਲੈ ਲਈ ਰਮਨ ਨੂੰ ਨਾਲ ਲੈ ਕੇ, ਉਹਦੀ ਪਸੰਦ ਦੀ, ਪਰ ਮੈਂ ਕਿਹਾ ਵੀ ਫਿਰ ਤੂੰ ਕੱਪੜੇ ਕਿਹਦੇ 'ਚ ਰੱਖਿਆ ਕਰੇਂਗੀ, ਤਾਂ ਕਰਕੇ ਲਿਆਉਂਦਾ। ਕੋਈ ਨਹੀਂ, ਫੇਰ ਲੈਣੀ ਆ ਫੇਰ ਲੈ ਲਿਓ। ਕੱਪੜੇ ਤੇ ਮੈਂ ਆਪਣੀ ਪੇਟੀ 'ਚ ਰੱਖ ਲਊਂਗੀ। ਨਹੀਂ ਨਹੀਂ, ਪੇਟੀ ਪੂਟੀ ਨਹੀਂ ਲਿਆਉਣੀ ਕੋਈ ਮੇਰੇ ਘਰ, ਐਵੇਂ ਬਸ ਤੂੰ ਇਸ ਦੇ ਗਲ ਗੂਠਾ ਦੇਵੇਂਗੀ। ਹੁਣ ਵੀ ਪੇਟੀ ਲੈ ਕੇ ਦਿਓ। ਪਹਿਲਾਂ ਵੀ ਮੈਨੂੰ ਸਾਰਾ ਸਮਾਨ ਦਿੱਤਾ ਸੀ ਇਹਨਾਂ ਨੇ ਮੇਰੀ ਜ਼ਰੂਰਤ ਦਾ, ਉਹੀ ਜਿਹੜਾ ਸਹੀ ਆ ਮੈਂ ਲੈ ਆਉਂਗੀ। ਪੇਟੀ ਵੀ ਨਵੀਂ ਪਈ ਆ ਮੈਂ ਮੇਰੀ। ਅੱਛਾ ਚੱਲ ਮਰਜ਼ੀ ਆ ਤੇਰੀ। ਹੁਣ ਫਰਿੱਜ ਦੇਖ, ਤੇਰੇ WhatsApp ਤੇ ਮੈਂ ਫੋਟੋਆਂ ਭੇਜੀਆਂ, ਦੱਸ ਕਿਹੜੀ ਪਸੰਦ ਆ ਤੈਨੂੰ? ਕਲਰ ਕੌਫੀ ਕਲਰ ਹੀ ਲੈ ਆਵਾਂ? ਫੋਟੋ ਦੇਖ ਕੇ ਪਸੰਦ ਕਰਦੇ ਹੋਏ ਮੈਂ ਕਿਹਾ, ਠੀਕ ਆ, ਹੁਣ ਹੋਰ ਕੀ ਰਹਿ ਗਿਆ? ਮੈਨੂੰ ਕੀ ਪਤਾ ਤੁਹਾਡੇ ਘਰ ਕੀ ਹੈਗਾ ਕੀ ਨਹੀਂ। ਦੇਖ ਤੈਨੂੰ ਇੱਥੇ ਆ ਕੇ ਵੀ ਪਤਾ ਲੱਗ ਹੀ ਜਾਣਾ, ਇਸ ਲਈ ਮੈਂ ਤੈਨੂੰ ਹੁਣੇ ਦੱਸ ਦਿੰਨਾ। ਪਰ ਇਸ ਗੱਲ ਤੋਂ ਬਾਅਦ ਉਹ ਅਚਾਨਕ ਚੁੱਪ ਹੋ ਗਿਆ। ਮੈਂ ਬਹੁਤ ਹੈਲੋ ਕੀਤੀ, ਪਰ ਮੁੜ ਕੇ ਕੋਈ ਜਵਾਬ ਨਾ ਆਇਆ ਤੇ ਫਿਰ ਕੁਝ ਦੇਰ ਬਾਅਦ ਫੋਨ ਕੱਟਿਆ ਗਿਆ। ਮੈਂ ਬਹੁਤ ਫੋਨ ਲਾਇਆ, ਪਹਿਲਾਂ ਤਾਂ ਉਸਨੇ ਚੁੱਕਿਆ ਹੀ ਨਾ। ਫਿਰ ਜਦੋਂ ਮੈਂ ਕਈ ਵਾਰ ਫੋਨ ਕਰ ਲਿਆ ਤਾਂ ਫੋਨ ਹੀ ਬੰਦ ਆਉਣ ਲੱਗ ਪਿਆ। ਫਿਰ ਇੱਕ ਦਿਨ ਛੱਡ ਕੇ ਉਸਦਾ ਫੋਨ ਆਇਆ ਤੇ ਉਹ ਮੈਨੂੰ ਬਹੁਤ ਪਰੇਸ਼ਾਨ ਲੱਗਿਆ। ਮੈਂ ਕਿੰਨੀ ਵਾਰੀ ਪੁੱਛਿਆ ਪਰ ਉਸਨੇ ਨਾ ਦੱਸਿਆ। ਫਿਰ ਜਦੋਂ ਮੈਂ ਨਾਰਾਜ਼ ਜਿਹੀ ਹੋ ਕੇ ਕਿਹਾ, ਚਲੋ ਠੀਕ ਆ, ਨਹੀਂ ਦੱਸਣਾ ਤਾਂ ਨਾ ਦੱਸੋ, ਬਾਏ, ਜਦੋਂ ਮੂਡ ਠੀਕ ਹੋਇਆ ਉਦੋਂ ਮੈਨੂੰ ਫੋਨ ਕਰ ਲਿਓ, ਤਾਂ ਉਹ ਬੋਲਿਆ, ਨਹੀਂ ਯਾਰ ਫੋਨ ਨਾ ਕੱਟੀ। ਮੈਂ ਤੈਨੂੰ ਕਿਵੇਂ ਦੱਸਾਂ ਯਾਰ, ਮੈਨੂੰ ਸਮਝ ਨਹੀਂ ਲੱਗ ਰਹੀ। ਕਿਤੇ ਤੂੰ ਮੈਨੂੰ ਛੱਡ ਕੇ ਨਾ ਚਲੀ ਜਾਈਂ। ਸੱਚ ਸੁਣ, ਤੁਸੀਂ ਸਾਫ਼-ਸਾਫ਼ ਦੱਸੋ ਕੀ ਗੱਲ ਆ? ਕਿਤੇ ਨਹੀਂ ਜਾਂਦੀ ਮੈਂ ਤੁਹਾਨੂੰ ਛੱਡ ਕੇ। ਮੈਂ ਡਰਦਾ ਬਹੁਤ ਆ ਤੇਰੇ ਤੋਂ ਦੂਰ ਜਾਣ ਤੋਂ, ਪਰ ਮਜਬੂਰ ਵੀ ਆ। ਇੱਕ ਤਾਂ ਦੇਖ ਮੇਰੀ ਮੰਮੀ ਮੰਗਲੀਕ ਸੀ, ਉਹ ਆਪ ਤਾਂ ਮਰੀ, ਮੇਰੇ ਪਿਓ ਨੂੰ ਵੀ ਨਾਲ ਲੈ ਗਈ। ਅਸੀਂ ਛੋਟੀ ਉਮਰ 'ਚ ਹੀ ਅਨਾਥ ਹੋ ਗਏ। ਦੂਜੀ ਗੱਲ ਹੁਣ ਸਾਰੇ ਤੇਰੇ ਟੈਸਟ ਦੀ ਆ, ਉਹ ਤੂੰ ਕਰਵਾਉਣਾ ਨਹੀਂ ਮੰਨਦੀ। ਸਿੱਧਾ ਦੱਸੋ ਕੀ ਗੱਲ ਆ? ਗੱਲ ਕੀ ਆ ਯਾਰ? ਕੋਈ ਵੀ ਨਹੀਂ, ਮੈਂ ਤੈਨੂੰ ਦੱਸਣਾ ਨਹੀਂ ਸੀ ਚਾਹੁੰਦਾ ਵੀ ਕਿਤੇ ਤੂੰ ਮੈਨੂੰ ਗਲਤ ਨਾ ਸਮਝ ਲਵੇਂ, ਪਰ ਮੈਨੂੰ ਹੁਣ ਇਹ ਵੀ ਆ ਵੀ ਜਾਣਾ ਏ ਤੇ ਜਾ ਵੀ ਸਕਦੀ ਆ, ਮੈਂ ਤੈਨੂੰ ਰੋਕਣਾ ਨਹੀਂ। ਮੈਂ ਉਹਦੀਆਂ ਗੱਲਾਂ 'ਚੋਂ ਬੇਵਫਾਈ ਦੀ ਬੂ ਆ ਰਹੀ ਸੀ ਤੇ ਉਹ ਬਹੁਤ ਹੀ ਸ਼ਾਤਰ ਵੀ ਲੱਗ ਰਿਹਾ ਸੀ, ਪਰ ਉਹ ਰੋ ਵੀ ਰਿਹਾ ਸੀ। ਇਹ ਗੱਲ ਮੈਨੂੰ ਕਮਜ਼ੋਰ ਵੀ ਕਰ ਰਹੀ ਸੀ। ਮੈਨੂੰ ਉਸ 'ਤੇ ਬਹੁਤ ਤਰਸ ਆ ਰਿਹਾ ਸੀ। ਇਸ ਲਈ ਮੈਂ ਉਸ ਨੂੰ ਕਿਹਾ, ਤੁਸੀਂ ਜੋ ਕਹਿਣਾ ਏ, ਮੈਂ ਕਿਤੇ ਨਹੀਂ ਜਾਂਦੀ, ਵਾਅਦਾ ਏ ਮੇਰਾ ਤੁਹਾਡੇ ਨਾਲ। ਓਕੇ, ਫਿਰ ਸੁਣ, ਮੇਰੇ ਘਰ ਆ ਕੇ ਵੀ ਤੈਨੂੰ ਹੀ ਪਤਾ ਲੱਗ ਜਾਣਾ। ਮੈਂ ਅੱਜ ਦੱਸ ਹੀ ਦਿੰਨਾ ਤੈਨੂੰ, ਮੇਰੇ ਕੋਲ ਕੁਝ ਨਹੀਂ ਹੈਗਾ, ਸਿਰਫ ਇੱਕ ਬਿੱਡਾਂ ਦੇ ਜੋੜੇ ਤੋਂ ਬਿਨਾਂ, ਨਾ ਕੋਈ ਬੈਂਕ ਬੈਲੈਂਸ ਨਾ ਕੁਝ ਹੋਰ। ਗੈਸ ਚੁੱਲ੍ਹਾ ਵੀ ਮੈਂ ਹੁਣੇ ਹੀ ਮੰਗਣੀ ਤੋਂ ਬਾਅਦ ਅਜੇ ਘਰ ਹੀ ਲਿਆਂਦਾ, ਦੀਦੀ ਘਰ ਹੀ ਪਿਆ ਸੀ। ਜਦੋਂ ਤੂੰ ਆਏਂਗੀ ਫਿਰ ਲੈ ਕੇ ਆਊਂ ਚੱਕ ਕੇ। ਕੀ ਮਤਲਬ? ਕੁਝ ਵੀ ਨਹੀਂ ਹੈਗਾ ਦਾ ਮਤਲਬ ਕੀ ਆ? ਦੱਸ ਤਾਂ ਰਿਹਾ ਏ, ਕੁਝ ਵੀ ਨਹੀਂ ਮੇਰੇ ਕੋਲ ਹੈਗਾ। ਬਹੁਤ ਕੁਝ ਸੀ, ਪਰ ਉਹ ਲੈ ਗਈ ਸਾਰਾ ਕੁਝ ਚੱਕ ਕੇ ਲੰਡਰ ਜਨਾਨੀ। ਆਪਣੀ ਪਤਨੀ ਬਾਰੇ ਉਹ ਕਹਿ ਰਿਹਾ ਸੀ। ਇਸ ਤਰ੍ਹਾਂ ਹੀ ਹਰ ਰੋਜ਼ ਉਹ ਮੈਨੂੰ ਰੋਜ਼ ਦਿਨ ਵਿੱਚ 2-2 ਮਿੰਟ ਬਾਅਦ ਅਤੇ ਫਿਰ ਰਾਤ ਨੂੰ 9:30 ਵਜੇ ਤੋਂ ਬਾਅਦ ਹੀ ਫੋਨ ਕਰਦਾ ਤੇ ਫਿਰ ਆਪਣੀ ਮਰਜ਼ੀ ਨਾਲ ਫੋਨ ਕੱਟਦਾ। ਮੈਂ ਬਹੁਤ ਕੋਸ਼ਿਸ਼ ਕਰਦੀ, ਪਰ ਉਹ ਬਿਲਕੁਲ ਵੀ ਨਹੀਂ ਸੀ ਸੁਣਦਾ। ਉਸ ਦੇ ਪਿੱਛੇ ਮੈਨੂੰ ਮੇਰੇ ਪਰਿਵਾਰਕ ਮੈਂਬਰਾਂ ਤੋਂ ਰੋਜ਼ ਬਹੁਤ ਕੁਝ ਸੁਣਨਾ ਪੈਂਦਾ। ਦਿਨ ਵਿੱਚ ਤਾਂ ਅਜੇ ਮੇਰਾ ਚੱਲ ਜਾਂਦਾ, ਪਰ ਰਾਤ ਨੂੰ ਸਾਰੇ ਪਰਿਵਾਰਕ ਮੈਂਬਰਾਂ ਦੇ ਘਰ ਹੋਣ ਕਰਕੇ ਮੈਨੂੰ ਗੱਲ ਕਰਨੀ ਮੁਸ਼ਕਲ ਹੋ ਜਾਂਦੀ। ਜੇ ਗੱਲ ਕਰਦੀ ਤਾਂ ਘਰ 'ਚ ਕਲੇਸ਼ ਪੈ ਜਾਂਦਾ, ਜੇ ਨਾ ਕਰਦੀ ਤਾਂ ਉਹ ਬੋਲਦਾ ਸੀ। ਉੱਪਰੋਂ ਗੱਲਾਂ ਇਸ ਤਰ੍ਹਾਂ ਦੀਆਂ ਚੁਭਵੀਆਂ ਕਹਿੰਦਾ ਕਿ ਮੈਂ ਉਸ ਨਾਲ ਤਾਂ ਮਜਬੂਰ ਹੋ ਕੇ ਗੱਲ ਕਰ ਲੈਂਦੀ, ਪਰ ਫਿਰ ਜਿਵੇਂ ਹੀ ਉਹ ਫੋਨ ਕੱਟਦਾ ਮੈਂ ਬਹੁਤ ਜ਼ਿਆਦਾ ਰੋਇਆ ਕਰਦੀ। ਇਸੇ ਤਰ੍ਹਾਂ ਇੱਕ ਦਿਨ ਉਸਨੇ ਮੈਨੂੰ ਪੁੱਛਿਆ, ਤੁਸੀਂ ਦੁਬਾਰਾ ਬੇਬੀ ਕਿਉਂ ਨਹੀਂ ਕੀਤਾ? ਉਹ ਕੰਮ ਤਾਂ ਕੋਈ ਕਰਦਾ ਨਹੀਂ ਸੀ, ਬੱਚਿਆਂ ਦਾ ਖਰਚਾ ਕਿਵੇਂ ਕਰਦੀ ਮੈਂ? ਇੱਕ ਬੱਚਾ ਪਾਲਣਾ ਹੀ ਮੁਸ਼ਕਲ ਆ ਅੱਜ ਦੇ ਟਾਈਮ 'ਚ, ਦੂਜੇ ਦੀ ਕਿੱਥੋਂ ਸੋਚਦੇ। ਬਾਕੀ ਉਹਨੇ ਤਾਂ ਇਸ ਦੀ ਵਾਰੀ ਵੀ ਮੇਰੀ ਜਾਨ ਲੈਣੀ ਕਰ ਲਈ ਸੀ
ਕਿ ਬੱਚਾ ਨਹੀਂ ਰੱਖਣਾ, ਦਵਾਈ ਖਾ ਲਾ, ਪਰ ਮੈਂ ਆਪਣੀ ਜ਼ਿੰਮੇਵਾਰੀ 'ਤੇ ਗਗਨ ਨੂੰ ਰੱਖਿਆ। ਹੁਣ ਤੱਕ ਉਹਦਾ ਇਹਦੇ ਪਾਲਣ ਪੋਸ਼ਣ ਵਿੱਚ ਇੱਕ ਆਨਾ ਤੱਕ ਨਹੀਂ ਲੱਗਿਆ। ਮੈਂ ਕਿਹਾ, ਫਿਰ ਤੁਸੀਂ ਹੁਣ ਕਿਵੇਂ ਕਰੋਗੇ? ਮੈਨੂੰ ਨਹੀਂ ਲੱਗਦਾ ਤੁਸੀਂ ਹੁਣ ਦੁਬਾਰਾ ਬੇਬੀ ਪੈਦਾ ਕਰ ਸਕਦੇ ਹੋ। ਉਸ ਨੇ ਕਿਹਾ, ਦੇਖੋ ਵੈਸੇ ਤਾਂ ਮੈਂ ਬਿਲਕੁਲ ਠੀਕ ਹਾਂ, ਪਰ ਰੱਬ ਦੇ ਘਰ ਦਾ ਕੋਈ ਪਤਾ ਨਹੀਂ ਹੁੰਦਾ। ਮੈਂ ਕਿਹਾ, ਤੁਸੀਂ ਸਿੱਧਾ ਕਿਉਂ ਨਹੀਂ ਕਹਿੰਦੇ ਕਿ ਤੁਸੀਂ ਹੁਣ ਬੱਚਾ ਪੈਦਾ ਨਹੀਂ ਕਰਨਾ ਚਾਹੁੰਦੇ? ਉਸ ਦੀਆਂ ਇਹ ਸਭ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਜਾਂਦੀ। ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ।